ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਮੁਖ ਪਿਆਰਿਓ, ਨਿਤਾ ਪ੍ਰਤੀ ਦੀ ਤਰ੍ਹਾਂ ਇੱਕ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਆਪਣੇ ਜੀਵਨ ਦੇ ਵਿੱਚ ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਬਾਣੀ ਗੌੜੀ ਰਾਗ ਦੇ ਵਿੱਚ, ਮਹੱਲੇ 9ਵੇਂ ਦੀ ਬਾਣੀ। ਕੱਲ ਵਿਚਾਰਦੇ ਸੀ ਕਿ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਆਪਾਂ ਬਸਣਾ ਹੈ, ਉਸ ਦੀ ਸ਼ਰਨ ਵਿੱਚ ਜਾਣਾ ਹੈ ਤੇ ਉਸ ਦਾ ਸਿਮਰਨ ਕਰਨਾ ਹੈ। ਇਹ ਵੇਦ ਪੁਰਾਣਾਂ ਨੂੰ ਪੜ੍ਹਨ ਦਾ ਗੁਣ ਹੈ, ਕਿਉਂਕਿ ਪੜ੍ਹ ਕੇ ਅਸੀਂ ਪ੍ਰਭੂ ਦੀ ਭਗਤੀ ਦਾ ਗਿਆਨ ਲੈਣਾ ਹੁੰਦਾ ਹੈ। ਚਾਹੇ ਵੇਦਾਂ ਗ੍ਰੰਥਾਂ ਨੂੰ ਪੜ੍ਹਦੇ ਹਾਂ, ਗੁਰਬਾਣੀ ਨੂੰ ਪੜ੍ਹਦੇ ਹਾਂ, ਸਾਨੂੰ ਨਾਮ ਧਿਆਉਣ ਦੇ ਬਾਰੇ ਕਹਿੰਦੀ ਹੈ ਗੁਰਬਾਣੀ। ਵੇਦ ਗ੍ਰੰਥ ਨਾਮ ਦਾ ਭੇਦ ਦਿੰਦੇ ਨੇ, ਲੇਕਿਨ ਅਸੀਂ ਇਸ ਗਿਆਨ ਨੂੰ ਸਮਝਦੇ ਨਹੀਂ, ਸੁਣਦੇ ਨਹੀਂ। ਜਿਵੇਂ ਮਹਾਰਾਜ ਸਮਝਾਉਂਦੇ ਨੇ, ਪੜ੍ਹਦੇ ਹਾਂ ਆਪਾਂ, ਵੇਦਾਂ ਮਹਿ ਨਾਮ ਉੱਤਮ, ਸੋ ਸੁਣੈ ਨਾਹੀਂ ਫਿਰੈ ਜਿਉ ਬੇਤਾਲਿਆ। ਜੇ ਅਸੀਂ ਸਿਮਰਨ ਕਰਦੇ ਹਾਂ ਫਿਰ ਹੀ ਵੇਦ ਪੁਰਾਣਾਂ ਦਾ ਪੜ੍ਹਿਆ ਸਾਨੂੰ ਫਾਇਦਾ ਹੈ, ਫਿਰ ਹੀ ਅਸੀਂ ਸਮਝ ਸਕਦੇ ਹਾਂ। ਤੇ ਵਿਚਾਰ ਸ਼ਬਦ ਸੀ ਜੋ ਆਪਾਂ ਕੱਲ ਵਿਚਾਰ ਰਹੇ ਸੀ, ਜਿਸ ਦੇ ਅਖੀਰਲੀਆਂ ਪੰਕਤੀਆਂ ਸਨ। ਦੁੱਖ ਸੁੱਖ ਇਹ ਬਾਧੇ ਜੇ ਨਾਹਿਨ, ਤਿਹ ਤੁਮ ਜਾਨੋ ਗਿਆਨੀ। ਦੁੱਖਾਂ ਸੁੱਖਾਂ ਤੋਂ ਰਹਿਤ ਹੋ ਜਾਵੇ, ਉਸ ਨਿੰਦਾ ਇਹ ਸਮਝਾ ਕੇ ਲੋਭ ਮੋਹ ਪੁੰਤੈ ਸਭ। ਉਸ ਤੋਂ ਨਿੰਦਾ, ਲੋਭ ਮੋਹ, ਇਹਨਾਂ ਚੀਜ਼ਾਂ ਤੋਂ ਅਸੀਂ ਦੂਰ ਹੋ ਜਾਈਏ, ਨਿਰਲੇਪ ਹੋ ਜਾਈਏ, ਇਹਨਾਂ ਨੂੰ ਸਮ ਕਰਕੇ ਚਲੀਏ ਤੇ ਦੁੱਖਾਂ ਸੁੱਖਾਂ ਤੋਂ ਨਿਰਲੇਪ ਰਹਿ ਜਾਈਏ। ਉਹ ਫਿਰ ਗਿਆਨੀ ਹੈ। ਨਾਨਕ ਮੁਕਤ ਤਾਹਿ ਤੁਮ ਮਾਨੋ, ਇਹ ਬਿਦ ਕੋ ਜੋ ਪ੍ਰਾਨੀ। ਇਸ ਤਰੀਕੇ ਨਾਲ ਜੀਵ ਵਿਚਰਦਾ ਹੈ, ਉਹ ਮੁਕਤ ਹੈ। ਗੁਰਬਾਣੀ ਦੇ ਵਿੱਚ 9ਵੇਂ ਪਾਤਸ਼ਾਹ ਜੀ ਨੇ ਸਲੋਕਾਂ ਦੇ ਵਿੱਚ, ਜਿਹੜੇ ਆਪਾਂ ਭੋਗ ਦੇ ਸਲੋਕ ਪੜ੍ਹਦੇ ਹਾਂ, ਉਹਨਾਂ ਦੇ ਵਿੱਚ ਵੀ ਸਾਨੂੰ ਇਹ ਸਮਝਾਇਆ ਹੈ, ਗਿਆਨ ਦਿੱਤਾ ਹੋਇਆ ਹੈ ਕਿ ਮੁਕਤ ਜੀਵਨ ਜਿਹੜਾ ਹੈ ਉਹ ਕਿਸ ਅਵਸਥਾ 'ਚ ਜਾ ਕੇ ਹੁੰਦਾ ਹੈ। ਹਰਖ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹਿ ਤੈ ਜਾਨ। ਉਸਤਤ ਨਿੰਦਾ ਨਾਹੇ ਜੇ, ਕੰਚਨ ਲੋ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹਿ ਤੈ ਜਾਨ। ਪੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹਿ ਬਖਾਨ। ਇਹ ਸਾਨੂੰ ਇਹ ਸਮਝਾਇਆ ਹੈ ਸਾਰਾ ਹੀ। ਉਹ ਫਿਰ ਜਿਹੜੀ ਮੁਕਤ ਵਿਦ ਹੈ, ਮੁਕਤ ਦਾ ਗਿਆਨ ਹੈ। ਏਦਾਂ ਜੇ ਜੀਵ ਵਿਚਰਦਾ ਹੈ, ਉਹ ਜੀਵਨ ਮੁਕਤ ਹੈ। ਇੱਥੇ ਤੱਕ ਆਪਾਂ ਵਿਚਾਰ ਕੀਤੀ ਸੀ ਕੱਲ। ਆਓ ਅਗਲਾ ਸ਼ਬਦ ਫਿਰ ਗੌੜੀ ਰਾਗ ਦੇ ਵਿੱਚ ਮਹੱਲੇ 9ਵੇਂ ਦਾ ਸ਼ਬਦ ਹੈ। ਮਨ ਰੇ ਕਹਾਂ ਭਇਓ ਤੈਂ ਬੌਰਾ, ਅਹਨਿਸ ਔਦ ਕਟੈ ਨਹੀਂ ਜਾਣੈ, ਭਇਓ ਲੋਭ ਸੰਗ ਹੋਰਾ। ਮਨ ਨੂੰ ਸਮਝਾਉਂਦੇ ਨੇ ਕਿ ਕਿਉਂ ਤੂੰ ਕਮਲਾ ਹੋਇਆ ਹੈ। ਬੌਰਾ ਕਹਿ ਦਿੰਦੇ ਕਮਲੇ ਨੂੰ, ਵੀ ਤੂੰ ਕਿਉਂ ਕਮਲਾ ਹੋਇਆ ਹੈ। ਤੈਨੂੰ ਪਤਾ ਨਹੀਂ ਕਿ ਤੇਰੀ ਹਰ ਰੋਜ਼ ਉਮਰ ਘਟ ਰਹੀ ਹੈ, ਦਿਨ ਰਾਤ ਤੇਰੀ ਉਮਰ ਘਟ ਰਹੀ ਹੈ।
ਅਹਨਿਸ ਔਦ ਘਟੈ ਨਹੀਂ ਜਾਣੈ, ਭਇਓ ਲੋਭ ਸੰਗ ਹੋਰਾ। ਕਿਉਂਕਿ ਲੋਭ ਦਾ ਸੰਗੀ ਹੋ ਗਿਆ ਤੇ ਵਿਚਾਰਦਾ ਹੀ ਨਹੀਂ ਜੀਵ ਕਦੇ, ਮੋਹ ਦੇ ਵਿੱਚ ਫਸਿਆ, ਲੋਭ ਦੇ ਵਿੱਚ ਫਸਿਆ ਕਿ ਸਾਡਾ ਤਾਂ ਸਮਾਂ ਬੀਤਦਾ ਜਾ ਰਿਹਾ ਹੈ, ਸਾਡੀ ਤਾਂ ਉਮਰ ਘਟਦੀ ਜਾ ਰਹੀ ਹੈ, ਤੇ ਅਸੀਂ ਜਿਸ ਕਾਰਜ ਨੂੰ ਆਏ ਉਹ ਕਾਰਜ ਤਾਂ ਅਸੀਂ ਪੂਰਾ ਕੀਤਾ ਹੀ ਨਹੀਂ। ਕਮਲਿਆਂ ਦੀ ਤਰ੍ਹਾਂ ਆਪਣਾ ਜੀਵਨ ਬਤੀਤ ਕਰ ਲੈਂਦਾ ਹੈ। ਇਹ ਰਹੋ ਭਗਤੀਆਂ ਨੇ। ਜੋ ਤਨ ਤੈਂ ਆਪਣੋ ਘਰ ਮਾਨਿਓ, ਅਰ ਸੁੰਦਰ ਗ੍ਰਹਿ ਨਾਰੀ। ਹੁਣ ਮਨ ਨੂੰ ਸਮਝਾਉਂਦੇ ਨੇ ਕਿ ਜਿਹੜਾ ਤਨ ਤੂੰ ਆਪਣਾ ਸਮਝੀ ਬੈਠਾ ਹੈ ਕਿ ਤਨ ਮੇਰਾ ਹੈ, ਫਿਰ ਘਰ ਬਾਰ ਜਿਹੜਾ ਇਹ ਸੰਸਾਰਿਕ ਘਰ ਹੈ, ਫਿਰ ਪਰਿਵਾਰ, ਪਤਨੀ, ਇਸ ਨੂੰ ਆਪਣਾ ਸਮਝੀ ਬੈਠਾ ਹੈ। ਇਨ ਮੈਂ ਕਸ਼ ਤੇਰੋ ਰੇ ਨਾਹਿਨ, ਦੇਖੋ ਸੋਚ ਵਿਚਾਰੀ। ਬਿਨਾਂ ਚ ਤੇਰਾ ਨਹੀਂ ਕੁਛ, ਮਨ ਕਰਕੇ ਕਿਸੇ ਦਾ ਨਹੀਂ ਹੈ। ਨਾ ਤਨ ਇਸ ਦਾ ਹੈ, ਨਾ ਘਰ ਇਸ ਦਾ ਹੈ, ਮਨ ਦਾ ਹੈ, ਤੇ ਨਾ ਨਾਰੀ ਮਨ ਦੀ ਹੈ। ਕਿਉਂਕਿ ਮਨ ਤਾਂ ਖੁਦ ਹੀ ਸਾਡੀ ਸੁਰਤੀ ਨਾਰੀ ਹੈ ਉਸ ਪ੍ਰਭੂ ਦੀ, ਜੇ ਅਸੀਂ ਸੁਹਾਗਣ ਬਣ ਜਾਈਏ। ਇਹ ਤਾਂ ਦੋ ਕੱਪੜੇ ਨੇ ਜਿਨ੍ਹਾਂ ਨੂੰ ਪਹਿਨਦਾ ਹੈ ਜੀਵ ਮਨ, ਤੇ ਫਿਰ ਕੁਝ ਸਮੇਂ ਵਾਸਤੇ ਪਹਿਨਦਾ ਹੈ, ਫਿਰ ਉਤਾਰ ਦਿੰਦਾ ਹੈ। ਇਸ ਕਰਕੇ ਕਹਿੰਦੇ ਸੋਚ ਵਿਚਾਰ ਕੇ ਦੇਖੋ, ਤੇਰਾ ਕੁਛ ਨਹੀਂ ਹੈ ਇਹਨਾਂ ਦੇ ਵਿੱਚ। ਰਤਨ ਜਨਮ ਆਪਣੋ ਤਾਂ ਹਾਰਿਓ, ਗੋਬਿੰਦ ਗਤ ਨਹੀਂ ਜਾਣੀ। ਇਹ ਜਿਹੜਾ ਆਪਾਂ ਨੂੰ ਮਨੁੱਖਾ ਜਨਮ ਮਿਲਿਆ ਹੈ, ਇਹ ਰਤਨ ਹੈ, ਅਮੋਲਕ ਹੈ। ਕਿਉਂਕਿ ਇਹ ਕੱਪੜਾ ਮਨੁੱਖਾ ਸਰੀਰ ਬਾਰ-ਬਾਰ ਪ੍ਰਾਪਤ ਨਹੀਂ ਹੁੰਦਾ, ਇਹ ਅਮੋਲਕ ਹੈ। ਤੇ ਅਸੀਂ ਇਸ ਨੂੰ ਹਾਰ ਰਹੇ ਹਾਂ ਆਪਣੇ ਜੀਵਨ ਦੇ ਵਿੱਚ, ਜੂਏ ਦੇ ਵਿੱਚ ਹਾਰ ਰਹੇ ਹਾਂ। ਰਤਨ ਜਨਮ ਆਪਣੋ ਤਾਂ ਹਾਰਿਓ, ਗੋਬਿੰਦ ਗਤ ਨਹੀਂ ਜਾਣੀ। ਕਿਉਂਕਿ ਕਿਵੇਂ ਹਾਰਦੇ ਹਾਂ? ਕਿਉਂਕਿ ਸਾਨੂੰ ਗੋਬਿੰਦ ਦਾ ਗਿਆਨ ਨਹੀਂ ਹੈ, ਸਾਨੂੰ ਗੁਰ ਦਾ ਗਿਆਨ ਨਹੀਂ ਹੈ, ਪਰਮੇਸ਼ਰ ਦਾ ਗਿਆਨ ਨਹੀਂ ਹੈ ਕਿ ਕਿਵੇਂ ਅਸੀਂ ਉਸ ਨੂੰ ਮਿਲਣਾ ਹੈ, ਕਿਵੇਂ ਉਸ ਦੇ ਵਿੱਚ ਸਮਾਉਣਾ ਹੈ, ਕਿਵੇਂ ਅਸੀਂ ਜੀਵਨ ਮੁਕਤ ਹੋਣਾ ਹੈ। ਜਿਸ ਕਾਰਜ ਵਾਸਤੇ ਸਾਨੂੰ ਇਹ ਮਨੁੱਖਾ ਦੇਹੀ ਮਿਲੀ ਹੈ, ਕਿਵੇਂ ਇਸ ਕਾਰਜ ਨੇ ਪੂਰਾ ਹੋਣਾ ਹੈ, ਕਿਵੇਂ ਸਾਨੂੰ ਪਤਾ ਚੱਲੇ ਕਿ ਸਾਡਾ ਕਾਰਜ ਜਿਸ ਵਾਸਤੇ ਅਸੀਂ ਆਏ ਸੀ ਉਹ ਪੂਰਾ ਹੋ ਗਿਆ ਹੈ। ਇਹ ਗਿਆਨ ਨਹੀਂ ਹੈ, ਇਸ ਕਰਕੇ ਉਹਦੀ ਗਤ ਨਹੀਂ ਜਾਣੀ। ਨਿਮਕ ਨ ਲੀਨ ਭਇਓ ਚਰਨਨ ਸਿਓ, ਬਿਰਥਾ ਔਦ ਸਿਰਾਨੀ। ਤੂੰ ਤਾਂ ਇੱਕ ਨਿਮਕ ਮਾਤਰ ਵੀ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਨਹੀਂ ਜੁੜਿਆ, ਲੀਨ ਨਹੀਂ ਹੋਇਆ। ਤੂੰ ਤਾਂ ਸਾਰੀ ਉਮਰ ਹੀ ਬਿਅਰਥ ਹੀ ਗਵਾ ਦਿੱਤੀ। ਕਿਉਂਕਿ ਜੇ ਮਨ ਸਾਡਾ ਜੁੜ ਜਾਵੇ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ, ਚਾਹੇ ਥੋੜੇ ਸਮੇਂ ਵਾਸਤੇ ਹੀ ਜੁੜ ਜਾਵੇ, ਫਿਰ ਵੀ ਸਾਡੇ ਬਹੁਤ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਪਰ ਇੱਕ ਨਿਮਕ ਪਲ ਕਿਸੇ ਨੂੰ ਗਿਆਨ ਹੀ ਨਹੀਂ ਹੈ ਕਿ ਉਸ ਦੇ ਚਰਨਾਂ ਨਾਲ ਜੁੜਨਾ ਕਿਵੇਂ ਹੈ, ਉਸ ਦੇ ਚਰਨ ਸ਼ੁਰੂ ਕਿੱਥੋਂ ਹੁੰਦੇ ਨੇ। ਇਸ ਕਰਕੇ ਇੱਕ ਨਿਮਕ ਵੀ ਲੀਨ ਨਹੀਂ ਹੋਇਆ, ਤੇ ਏਦਾਂ ਸਾਰੀ ਉਮਰ ਵਿਅਰਥ ਚਲੇ ਗਈ। ਬਿਰਥਾ ਔਦ ਸਿਰਾਨੀ। ਕਹੋ ਨਾਨਕ ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੇ। ਸੁਖੀਆ ਕੌਣ ਹੈ? ਸੋਈ ਨਰ ਸੁਖੀ ਹੈ, ਜਿਹੜਾ ਰਾਮ ਨਾਮ ਦੇ ਗੁਣ ਗਾਉਂਦਾ ਹੈ। ਕਿਉਂ ਸੁਖੀ ਹੈ? ਕਿਉਂਕਿ ਮਾਲਕ ਖੁਸ਼ ਹੋਇਆ, ਆਪਣੇ ਨਾਲ ਮਿਲਾਉਂਦਾ ਹੈ, ਆਪਣੇ ਗੁਣਾਂ ਦਾ ਖਜ਼ਾਨਾ ਦਿੰਦਾ ਹੈ, ਤੇ ਫਿਰ ਉਹ ਜੀਵ ਉਸ ਦੇ ਗੁਣ ਗਾਉਂਦਾ ਹੈ।
फिर उसकी सेवा करता है। प्रभु की सेवा के बराबर संसार दे विच कुछ भी नहीं आउंदा, कोई सुख नहीं है। जो सुख हर गोबिंद की सेवा, सो सुख राज ना लही है। वो तो राज भाग दे विच प्राप्त नहीं हुंदा जिहड़ा हरि दी गोबिंद दी सेवा दे विच है। इस करके समझाउंदे ने भी वो नर फिर सुखी है जिहड़ा उस प्रभु दे गुण गाउंदा है, उसकी सेवा करता है। और सगल जग माया मोहया, निरभय पद नहीं पावे। होर सारा संसार ही माया दे मोह दे विच फसिया है। वो निरभय पद है जिहड़ा जिथे ना भय है ना डर है, क्योंकि उथे मन प्रभु दे चरनां च लीन हो जाता है। प्रभु दी शरण दे विच जाके सुख मिलता है, डर खत्म होता है, निरभौ नूं त्याग के भौ खत्म हो जाता है। वो ताई उसे नूं प्राप्त होंदा है जिहड़ा उस प्रभु दे ज्ञान नूं सुनदा है, मनदा है। कदों सुनेगा कदों मनेगा, पहला मालिक किसी जीव नूं एक खजाना दे के उसदे गुण गाउण लाउंदा है, फिर जीव सुनदा है, फिर मनदा है, फिर निरभौ होंदा है। इस करके जिहड़े एक निमक पल भी नहीं जुड़े, उन्हां दा फिर किवें उद्धार होएगा। उन्हां दा जन्म व्यर्थ चले जांदा संसार दे विचों। अगला शब्द है गौड़ी राग दे विच ही महले 9वें दा शब्द है, नर अचेत पाप ते डर रे। समझाउंदे ने कि तू अचेत है, चेतदा नहीं प्रभु नूं। इस करके जिन्नी देर आपां चेतदे नहीं, चेत विच वसाउंदे नहीं, आपां उस तों विछड़े हां ते असीं पाप ही करते हाँ। क्योंकि जो खांदे पहनते सारा पाप है, जब तक असीं उस मालिक नूं देखिया नहीं, जाणिया नहीं है। पाप साडे कदों खत्म हुंदे ने, जदों असीं अपने आप दी पहचान कर लैंदे हाँ ते प्रभु दी पहचान कर लैंदे हाँ। नहीं तो संसार नूं पाप बड़े प्यारे लगते ने, पर है बुरा पाप। पापां दा ही पसारा है उस प्रभु दे नाम तो बिना। मतलब समझाउंदे ने, पाप बुरा पापी को प्यारा, पाप लगे पापै पसारा। कहंदे पापां नाल जुड़िया है, पापां दा पसारा है, पर पापी नूं ये सारा कुछ चंगा लगता है। ये पापां नूं छड्डेगा, अपने आप नूं पहचानेगा ते प्रभु दे नाल मिलाप हो जाएगा। पर हर पाप पछाणे आप, नाती सोजोग नाती सोग विजोग संताप। कहंदे ना विछोड़ा होएगा, ना सोग होएगा, ना पश्चाताप। पर पापां नूं छड्ड के जदों मन अपने आप दी पहचान कर लैंदा है। इस करके जब तक अचेत हाँ उसनूं जाणिया नहीं, पाप करते हाँ। दीन दयाल सगल पै भंजन, सरन तह तुम पर रे। कि वो प्रभु जो दयालु है, किन्ना ते दयालु है, दीना ते सारे पापां दा नाश करता है, सारे डर खत्म करता। सगल भै भंजन, साडे सारे संसार दा भै नूं खत्म करन दे समर्थ है प्रभु। पर जिहड़ा उस प्रभु दी शरण दे विच जांदा है, शरण ताहे तुम पर रे, भी तू भी उस दी शरण दे विच जा जिहड़ा सारियां दे डर नूं खत्म कर सकता है, समर्थ है। पर करेगा कदों जदों असीं उसकी शरण दे विच जावांगे। ये रहो पंक्तियां ने शब्दियां। वेद पुराण जास गुण गावत। वेद पुराण
ਸੱਚੀ ਦੇ ਗੁਣ ਗਾਉਂਦੇ ਨੇ, ਕਿਉਂਕਿ ਵੇਦ ਪੁਰਾਣ ਕਿਸ ਦੇ ਗੁਣ ਗਾਉਂਦੇ ਨੇ? ਨਾਮ ਦੇ, ਪ੍ਰਭੂ ਦੇ। ਸਿਮਰਤ ਸ਼ਾਸਤਰ ਵੇਦ ਪੁਕਾਰਨ ਪੋਥੀਆਂ, ਨਾਮ ਬਿਨਾ ਹੋਰ ਕੂੜ ਗਾਲੀ ਹੋਸ਼ੀਆਂ। ਇਹ ਵੀ ਸਮਝਾਉਂਦੇ ਨੇ ਕਿ ਨਾਮ ਤੋਂ ਬਿਨਾਂ ਸਭ ਗੱਲਾਂ ਜਿਹੜੀਆਂ ਹੋਸ਼ੀਆਂ ਨੇ, ਝੂਠੀਆਂ ਨੇ। ਸਿਰਫ ਨਾਮ ਹੀ ਸੱਚ ਹੈ। ਨਾਮ ਦੀ ਹੀ ਸਿਫਤ ਸਲਾਹ ਜਿਹੜੀ ਹੈ ਉਹੀ ਸੱਚੀ ਸਿਫਤ ਸਲਾਹ ਹੈ। ਉਸ ਤੋਂ ਬਿਨਾਂ ਜੋ ਕਰਦੇ ਹਾਂ ਸਭ ਫਿੱਕਾ ਬੋਲਣਾ ਹੈ। ਬਿਨ ਨਾਵੈ ਹੋਰ ਸਲਾਹਣਾ, ਸਭ ਬੋਲਣ ਫਿੱਕਾ ਸਾਧ। ਹੁਣ ਸਮਝਾਉਂਦੇ ਨੇ, ਕਹਿੰਦੇ ਵੀ ਉਸੇ ਨੂੰ ਆਪਾਂ ਹਿਰਦੇ 'ਚ ਵਸਾਉਣਾ ਹੈ, ਜਿਹਦੇ ਵੇਦ ਪੁਰਾਣ ਵੀ ਗੁਣ ਗਾਉਂਦੇ ਨੇ, ਕਿਉਂਕਿ ਉਹ ਲਿਖਾ ਪੜੀ ਦੇ ਵਿੱਚ ਨਹੀਂ ਹੈ। ਵੇਦ ਪੁਰਾਣਾਂ ਦੇ ਵਿੱਚ ਵੀ ਉਸਦੀ ਵਡਿਆਈ ਕੀਤੀ ਹੋਈ ਹੈ, ਲੇਕਿਨ ਉਸ ਨੂੰ ਬੁੱਝਣ ਦਾ ਤਰੀਕਾ ਦੱਸਿਆ ਹੈ ਕਿ ਉਹਦੇ ਜਨਾਂ ਦੁਆਰਾ ਆਪਾਂ ਉਸ ਨੂੰ ਜਾਣ ਸਕਦੇ ਹਾਂ। ਉਸ ਨਾਮ ਨੂੰ ਹੀ ਇਹਦੇ ਵਿੱਚ ਵਸਾਉਣਾ ਹੈ। ਤਾਕੋ ਨਾਮ ਹੀ ਇਹ ਮੋ ਤਰਰੇ, ਪਾਵ ਨਾਮ ਜਗਤ ਮੈਂ ਹਰ ਕੋ। ਹਰੀ ਦਾ ਜਿਹੜਾ ਨਾਮ ਹੈ ਸੰਸਾਰ ਦੇ ਵਿੱਚ ਬੜਾ ਪਵਿੱਤਰ ਨਾਮ ਹੈ, ਪਾਵਨ ਹੈ। ਤੇ ਉਸ ਨੂੰ ਸਿਮਰ ਕੇ ਜੋ ਹਿਰਦੇ ਦੇ ਵਿੱਚ ਹੈ, ਗੁਪਤ ਹੈ, ਪ੍ਰਗਟ ਕਰਨਾ ਹੈ। ਪਹਿਲਾਂ ਪ੍ਰਗਟ ਹੋ ਗਿਆ, ਫਿਰ ਉਸ ਨੂੰ ਤਿਆਗ ਕੇ ਪਾਪਾਂ ਦੀ ਜਿਹੜੀ ਮੈਲ ਲੱਗੀ ਹੈ ਉਸ ਨੂੰ ਖਤਮ ਕਰ ਲੈਣਾ ਹੈ। ਪਾਵਨ ਨਾਮ ਜਗਤ ਮੈਂ ਹਰ ਕੋ, ਸਿਮਰ ਸਿਮਰ ਕਸਮਲ ਸਭ ਹਰ ਰੇ। ਜਿਹੜੇ ਪਾਪ ਕੀਤੇ ਨੇ ਮਨ ਨੇ, ਉਹ ਸਾਰੇ ਖਤਮ ਹੋ ਜਾਣਗੇ। ਖਤਮ ਕਰ ਲੈ ਉਹਨੂੰ ਸਿਮਰ ਕੇ, ਕਿਉਂਕਿ ਉਹ ਪਾਵਨ ਹੈ, ਪਵਿੱਤਰ ਹੈ। ਹਰੀ ਦਾ ਜੋ ਨਾਮ ਹੈ। ਮਾਨਸ ਦੇ ਬਹੁਰ ਨਾ ਪਾਵੈ, ਕਛੂ ਉਪਾਉ ਮੁਕਤ ਕਾ ਕਰੇ। ਕਿਉਂਕਿ ਜਿਹੜੀ ਇਹ ਦੇਹੀ ਮਿਲੀ ਹੈ, ਦੁਰਲਭ ਦੇਹੀ ਹੈ, ਮਨੁੱਖਾ ਦੇਹੀ ਹੈ, ਇਹ ਸਾਨੂੰ ਦੁਬਾਰਾ ਪ੍ਰਾਪਤ ਨਹੀਂ ਹੋਣੀ। ਇਹ ਬਾਰ-ਬਾਰ ਨਹੀਂ ਮਿਲਦੀ, ਕਿਉਂਕਿ ਕੀਮਤੀ ਹੈ, ਅਮੁੱਲਕ ਹੈ। 84 ਲੱਖ ਜੂਨਾਂ ਦੇ ਵਿੱਚ ਜੀਵ ਕੋਈ ਪਾਪ ਨਹੀਂ ਕਰਦਾ, ਉਸ ਨੂੰ ਜਾਣਦਾ ਵੀ ਹੈ, ਲੇਕਿਨ ਮੁਕਤ ਨਹੀਂ ਹੋ ਸਕਦਾ, ਕਿਉਂਕਿ ਗੁਰ ਦਾ ਗਿਆਨ ਨਹੀਂ ਲੈ ਸਕਦਾ। ਗੁਰ ਸ਼ਬਦ ਨੂੰ ਲੈ ਕੇ ਜੋਤ ਨੂੰ ਜੋਤ ਦੇ ਵਿੱਚ ਨਹੀਂ ਮਿਲਾ ਸਕਦਾ। ਇਸ ਕਰਕੇ ਇਹ ਮਨੁੱਖਾ ਦੇਹੀ ਮਿਲਦੀ ਹੈ ਕਿ ਆਪਾਂ ਆਪਣੀ ਜੋਤ ਨੂੰ ਉਸ ਮਾਲਿਕ ਦੀ ਜੋਤ ਦੇ ਵਿੱਚ ਮਿਲਾ ਕੇ ਆਪਾ ਗਵਾ ਕੇ ਮੁਕਤ ਹੋ ਸਕਦੇ ਹਾਂ। ਇਸ ਕਰਕੇ ਕਹਿੰਦੇ ਨੇ ਵੀ ਕੋਈ ਉਪਾਅ ਕਰ ਤੂੰ ਮੁਕਤੀ ਦਾ, ਕਿਉਂਕਿ ਮੁਕਤੀ ਤੋਂ ਤੇ ਕੁਛ ਨਹੀਂ ਹੈ। ਸਭ ਤੋਂ ਵੱਡਾ ਫਲ ਹੈ ਮੁਕਤ ਫਲ। ਵੇਦਾਂ ਦੇ ਵਿੱਚ, ਗ੍ਰੰਥਾਂ ਦੇ ਵਿੱਚ, ਸਾਰਿਆਂ ਦੇ ਵਿੱਚ ਸਾਨੂੰ ਮੁਕਤੀ ਦੀ ਪ੍ਰੇਰਨਾ ਹੈ ਕਿ ਆਵਨ ਜਾਵਨ ਤੋਂ ਰਹਿਤ ਹੋ ਜਾਈਏ। ਉਹ ਘਰ ਸਾਨੂੰ ਪ੍ਰਾਪਤ ਹੋ ਜਾਵੇ ਜਿਹੜਾ ਘਰ ਅਟਾ ਹੈ। ਉਹ ਸਾਡਾ ਰੂਪ ਪ੍ਰਗਟ ਹੋ ਜਾਵੇ ਜਿਹੜਾ ਅਬਿਨਾਸੀ ਹੈ, ਤੇ ਇਹ ਸਾਡੇ ਚਿੱਤ ਦੇ ਵਿੱਚ ਵਸ ਜਾਵੇ। ਜੋ ਨਾ ਟਹੰਦੋ ਮੂਲ ਸੋ ਕਰ ਰਾਸ ਕਰ, ਇੱਕੋ ਚਿੱਤ ਵਸਾਏ ਕਦੇ ਨਾ ਜਾਹੇ ਮਰ। ਤੇ ਉਸ ਨੂੰ ਚਿੱਤ ਵਿੱਚ ਵਸਾ ਲਈ ਜਿਹੜਾ ਕਦੇ ਮਰਦਾ ਨਹੀਂ, ਜੋ ਅਬਿਨਾਸੀ ਹੈ। ਤੇ ਉਸ ਘਰ ਵਿੱਚ ਵਾਸਾ ਕਰ ਲਈਏ ਜਿਹੜਾ ਕਦੇ ਟਹਿੰਦਾ ਨਹੀਂ ਹੈ। ਮਾਨਸ ਦੇ ਬਹੁਰ ਨਾ ਪਾਵੈ, ਕਛੂ ਉਪਾਉ ਮੁਕਤ ਕਾ ਕਰ ਰੇ। ਨਾਨਕ ਕਹਿਤ ਗਾਇ ਕਰਨਾ ਮੈਂ, ਭਵ ਸਾਗਰ ਕੈ ਪਾਰ ਉਤਰ ਰੇ। ਵੀ ਜਿਹੜੇ ਉਸ ਪ੍ਰਭੂ ਨੂੰ ਗਾਉਂਦੇ ਨੇ, ਉਸ ਦੀ ਸਿਫਤ ਸਲਾਹ ਕਰਦੇ ਨੇ, ਉਹਨਾਂ ਦੀ ਸੰਗਤ ਚ ਆ ਕੇ ਤੂੰ ਇਸ ਭਵ ਸਾਗਰ ਨੂੰ ਪਾਰ ਕਰ ਲਾ। ਤੇ ਫਿਰ ਕਿਉਂਕਿ ਜਿੰਨੀ ਦੇਰ ਆਪਾਂ ਭਵ ਸਾਗਰ ਦੇ ਵਿੱਚ ਹਾਂ, ਸਾਡੇ ਤੇ ਮਾਲਕ ਦੇ ਵਿੱਚ ਭਵ ਸਾਗਰ ਹੈ, ਅਸੀਂ ਉਸ ਪ੍ਰਭੂ ਦੇ ਸ਼ਰਨ ਦੇ ਵਿੱਚ ਨਹੀਂ ਜਾ ਸਕਦੇ, ਸਾਨੂੰ ਮੁਕਤੀ ਨਹੀਂ ਮਿਲਦੀ। ਇਸ ਕਰਕੇ ਆਪਾਂ ਜਿਹੜੇ ਜੀਵ ਭਵ ਸਾਗਰ ਨੂੰ ਪਾਰ ਕਰਨ ਦਾ ਗਿਆਨ ਦਿੰਦੇ ਨੇ, ਸ਼ਬਦ ਦਾ ਗਿਆਨ ਹੈ, ਉਹਦੇ ਦੁਆਰਾ ਭਵ ਸਾਗਰ ਨੂੰ ਪਾਰ ਕਰਕੇ ਤੇ ਮੁਕਤੀ ਦਾ ਉਪਾਅ ਕਰੀਏ,
ਜਿਹੜਾ ਪ੍ਰਭੂ ਦਾ ਪਾਵਨ ਨਾਮ ਹੈ ਉਸ ਨੂੰ ਸਿਮਰ ਸਿਮਰ ਕੇ ਸਾਰੇ ਪਾਪਾਂ ਦਾ ਨਾਸ਼ ਕਰ ਲਈਏ। ਇਹ ਸਾਡੇ ਵਾਸਤੇ ਉਪਦੇਸ਼ ਹੈ ਸਤਿਗੁਰਾਂ ਦਾ। ਇਹ ਅਖੀਰਲਾ ਸ਼ਬਦ ਸੀ 9ਵੇਂ ਮਹੱਲੇ 9ਵੇਂ ਦਾ ਗੌੜੀ ਰਾਗ ਦੇ ਵਿੱਚ। ਹੁਣ ਫਿਰ ਗੌੜੀ ਗੁਆਰੇਰੀ ਮਹੱਲਾ ਪਹਿਲਾ, ਇਹ ਅਸ਼ਟਪਦੀਆਂ ਨੇ। ਆਪਾਂ ਪਿੱਛੇ ਵਿਚਾਰ ਕੇ ਆਏ ਹਾਂ ਦੂਪਦੇ ਚੌਪਦੇ, ਹੁਣ ਅਸ਼ਟਪਦੇ ਨੇ ਇੱਕ ਸ਼ਬਦ ਦੇ ਵਿੱਚ। ਸ਼ਬਦ ਥੋੜਾ ਲੰਬਾ ਹੈ, ਜ਼ਿਆਦਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਥੋੜਾ ਉਸੇ ਸ਼ਬਦ ਨੂੰ ਥੋੜਾ ਹੋਰ ਵਿਸਥਾਰ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਰਾਗ ਗੌੜੀ ਅਸ਼ਟਪਦੀਆਂ ਮਹੱਲਾ ਪਹਿਲਾ, ਗੌੜੀ ਗੁਆਰੇਰੀ। ਗੌੜੀ ਰਾਗ ਦੇ ਵਿੱਚ ਗੌੜੀ ਗੁਆਰੇਰੀ ਦਾ ਮਹੱਲੇ ਪਹਿਲੇ ਦਾ ਸ਼ਬਦ ਹੈ ਅਸ਼ਟਪਦੀਆਂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਇੱਥੇ ਜੋੜਾ ਲਿਖਿਆ ਹੈ, ਕਿਸੇ ਸ਼ਬਦ ਦੇ ਵਿੱਚ ਸਤਿਗੁਰ ਪ੍ਰਸਾਦ ਆਉਂਦਾ ਹੈ, ਕਿਤੇ ਇੱਕ ਓਂਕਾਰ ਤੋਂ ਲੈ ਕੇ ਜੋ ਆਪਾਂ ਸ਼ੁਰੂ ਦੇ ਵਿੱਚ ਪੜ੍ਹਦੇ ਹਾਂ ਗੁਰ ਪ੍ਰਸਾਦ ਤੱਕ ਸ਼ਬਦ ਆਉਂਦਾ ਹੈ। ਲੇਕਿਨ ਇੱਥੇ ਜੋ ਸ਼ਬਦ ਹੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਜੋ ਸ਼ਬਦ ਵਿੱਚ ਆਉਂਦਾ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ, ਇਹ ਨਹੀਂ ਹੈ। ਉਸ ਪਰਮੇਸ਼ਰ ਦੀ ਦਇਆ ਦੁਆਰਾ ਹੀ ਇਹ ਸਾਰਾ ਕਰਤਾ ਪੁਰਖ ਜਾਣਨਾ, ਉਸ ਦਾ ਗਿਆਨ ਲੈਣਾ, ਉਸ ਦੇ ਵਿੱਚ ਸਮਾਉਣਾ, ਇਹ ਸਾਰਾ ਕੁਝ ਕਿਵੇਂ ਹੁੰਦਾ ਹੈ? ਗੁਰ ਪ੍ਰਸਾਦ, ਗੁਰ ਦੀ ਕਿਰਪਾ ਦੇ ਨਾਲ। ਨਿੱਧ ਸਿੱਧ ਨਿਰਮਲ ਨਾਮ ਵਿਚਾਰ। ਨਿਤ, ਨਿੱਧ ਕੀ ਹੈ? ਨਾਮ। ਜਿਸ ਨੂੰ ਨੌ ਨਿੱਧ ਵੀ ਕਹਿ ਦਿੰਦੇ ਹਾਂ। ਨੌ ਨਿੱਧ ਨਾਮ ਦੀ ਜਿਨ੍ਹਾਂ ਨੂੰ ਸੋਝੀ ਹੋ ਜਾਂਦੀ ਹੈ, ਜਿਨ੍ਹਾਂ ਨੂੰ ਪ੍ਰਭੂ ਸੋਝੀ ਕਰਵਾ ਦਿੰਦਾ ਹੈ ਨਾਮ ਦੀ, ਉਹਨਾਂ ਦੀ ਜਿਹੜੀ ਫਿਰ ਵਿਚਾਰ ਹੈ ਉਹ ਨਿਰਮਲ ਹੈ, ਕਿਉਂਕਿ ਉਹ ਧਿਆਨ ਮਾਰਗ ਹੈ। ਨਾਮ ਧਿਆਨ ਦੇ ਵਿੱਚ ਹੈ, ਬੋਲਣ ਦੇ ਵਿੱਚ ਨਹੀਂ ਹੈ। ਨਾਮ ਦੇ ਵਾਸਤੇ, ਬੁੱਝਣ ਵਾਸਤੇ ਗੁਰ ਦਾ ਗਿਆਨ ਨੇਤਰਾਂ ਦੇ ਵਿੱਚ ਪਾਉਣਾ ਪੈਂਦਾ ਹੈ। ਆਓ ਪਹਿਲਾਂ ਆਪਾਂ ਰਹੋ ਪੰਕਤੀਆਂ ਪੜ੍ਹੀ ਵਿਚਾਰੀਏ ਸ਼ਬਦ ਦੀਆਂ, ਕਿਉਂਕਿ ਜੋ ਆਪਾਂ ਪਹਿਲਾਂ ਵਿਚਾਰਦੇ ਸੀ ਰਹੋ ਪੰਕਤੀਆਂ ਸ਼ਬਦ ਦੇ ਸ਼ੁਰੂ ਚ ਆਉਂਦੀਆਂ ਸੀ। ਇਹ ਅਸ਼ਟਪਦੀਆਂ ਨੇ। ਇਸ ਦੇ ਵਿੱਚ ਇੱਕ ਪੌੜੀ ਤੋਂ ਅੱਗੇ, ਇੱਕ ਪਦੇ ਤੋਂ ਅੱਗੇ ਜਾ ਕੇ ਰਹੋ ਪੰਕਤੀਆਂ ਦਿੱਤੀਆਂ ਨੇ। ਫਿਰ ਆਪਾਂ ਨੂੰ ਸੌਖਾ ਹੋ ਜਾਏਗਾ ਸ਼ਬਦ ਵਿਚਾਰਨਾ। ਇਨ ਬਿਦ ਰਾਮ ਰਮਤ ਮਨ ਮਾਨਿਆ, ਗਿਆਨ ਅੰਜਨ ਗੁਰ ਸ਼ਬਦ ਪਛਾਨਿਆ। ਵੀ ਗੁਰ ਦੇ ਗਿਆਨ ਦੁਆਰਾ, ਗਿਆਨ ਦਾ ਜਿਹੜਾ ਅੰਜਨ ਹੈ ਉਹ ਗੁਰ ਸ਼ਬਦ ਹੈ, ਜੋ ਨੇਤਰਾਂ ਦੇ ਵਿੱਚ ਪਾਉਂਦੇ ਹਾਂ। ਉਸ ਨੂੰ ਜਦੋਂ ਪਹਿਚਾਨ ਲੈਂਦੇ ਹਾਂ, ਗੁਰ ਸ਼ਬਦ ਦੀ ਸੋਝੀ ਹੋ ਜਾਂਦੀ ਹੈ, ਅੰਜਨ ਦੀ ਸੋਝੀ ਹੋ ਜਾਂਦੀ ਹੈ। ਫਿਰ ਜਾ ਕੇ ਉਸ ਵਿਦ ਨੂੰ ਲੈ ਕੇ, ਗੁਰ ਨੂੰ ਸਮਝ ਕੇ, ਫਿਰ ਰਾਮ ਨੂੰ ਰਮਿਆ ਜਾਂਦਾ ਹੈ। ਪਰ ਕਦੋਂ? ਜਦੋਂ ਮਨ ਸੁਣ ਕੇ ਮੰਨ ਲੈਂਦਾ ਹੈ। ਇਨ ਬਿਦ ਰਾਮ ਰਮਤ ਮਨ ਮਾਨਿਆ। ਇਹ ਰਹੋ ਪੰਕਤੀਆਂ ਨੇ ਸ਼ਬਦੀਆਂ। ਗਿਆਨ ਦਾ ਸੁਰਮਾ ਨੇਤਰਾਂ ਚ ਪਾ ਕੇ ਜਦੋਂ ਮਨ ਮੰਨ ਲੈਂਦਾ ਹੈ ਉਸ ਵਿਦ ਨੂੰ, ਫਿਰ ਅਸੀਂ ਰਾਮ ਜੋ ਰਮਿਆ ਹੈ, ਹਰ ਥਾਂ ਤੇ ਹੈ, ਜਰੇ ਜਰੇ ਚ ਹੈ, ਕਣ ਕਣ ਦੇ ਵਿੱਚ ਹੈ, ਫਿਰ ਆਪਾਂ ਉਸ ਨੂੰ ਦੇ ਦਰਸ਼ਨ ਕਰ ਸਕਦੇ ਹਾਂ, ਉਸ ਨੂੰ ਦੇਖ ਸਕਦੇ, ਉਸ ਨੂੰ ਧਿਆ ਸਕਦੇ ਹਾਂ। ਜਿਵੇਂ ਇੱਥੇ ਗੁਰਸਿੱਖਾਂ ਨੇ ਉਸ ਪ੍ਰਭੂ ਨੂੰ ਪਾਇਆ ਹੈ।
ਨਿੱਧ ਸਿੱਧ ਨਿਰਮਲ ਨਾਮ ਵਿਚਾਰ। ਫਿਰ ਉਹ ਨਾਮ ਦੀ ਵਿਚਾਰ ਜਿਹੜਾ ਗਿਆਨ ਦਾ ਅੰਜਨ ਹੈ ਉਹ ਹੀ ਨਾਮ ਹੈ ਉਸਦੀ। ਪਰ ਹੁੰਦਾ ਕਿਵੇਂ ਹੈ, ਉਸਦੀ ਸੋਝੀ ਕਿਵੇਂ ਆਉਂਦੀ ਹੈ? ਜਦੋਂ ਅਸੀਂ ਗਿਆਨ ਦਾ ਸੁਰਮਾ ਨੇਤਰਾਂ ਦੇ ਵਿੱਚ ਪਾ ਰਹੇ ਹਾਂ। ਪੂਰਨ ਪੂਰ ਰਿਹਾ ਬੇਖਮਾਰ। ਤੇ ਜਦੋਂ ਗਿਆਨ ਦਾ ਸੁਰਮਾ ਨੇਤਰਾਂ 'ਚ ਪੈ ਜਾਂਦਾ ਹੈ, ਜਿਹੜਾ ਮਨ ਪਹਿਲਾਂ ਤ੍ਰੈ ਗੁਣਾਂ ਦੇ ਵਿੱਚ ਹੀ ਵਿਚਰਦਾ ਸੀ, ਤ੍ਰੈ ਗੁਣਾਂ ਨੂੰ ਦੇਖਦਾ ਸੀ, ਜਿਹਨੂੰ ਵਿਖ ਗਿਆ ਹੈ, ਫਿਰ ਇਸ ਵਿਖ ਨੂੰ ਛੱਡ ਦਿੰਦਾ ਹੈ ਤੇ ਫਿਰ ਨਾਮ ਨੂੰ ਜਾਣਦਾ ਹੈ, ਨਾਮ ਨੂੰ ਪਹਿਚਾਣਦਾ ਹੈ, ਹਰੀ ਨੂੰ ਪਹਿਚਾਣਦਾ ਹੈ। ਜਦ ਤੱਕ ਤ੍ਰੈ ਗੁਣਾਂ ਨਹੀਂ ਛੱਡਦਾ ਚੌਥੇ ਪਦ ਵਿੱਚ ਨਹੀਂ ਜਾ ਸਕਦਾ। ਤ੍ਰੈ ਗੁਣ ਮੇਟੈ ਚੌਥਾ ਵਰਤੈ ਇਹ ਭਗਤ ਨਿਰਾਰੀ। ਉਹ ਵਿਖ ਹੈ, ਤ੍ਰੈ ਗੁਣ ਮਾਇਆ ਵਿਖ ਹੈ। ਉਨੀ ਦੇਰ ਜਿੰਨੀ ਦੇਰ ਆਪਾਂ ਪ੍ਰਭੂ ਨੂੰ ਜਾਣ ਨਹੀਂ ਲੈਂਦੇ, ਨਾਮ ਨੂੰ ਬੁੱਝ ਨਹੀਂ ਲੈਂਦੇ। ਜਦੋਂ ਨਾਮ ਨੂੰ ਬੁੱਝ ਲਿਆ ਫਿਰ ਸਾਰਾ ਅੰਮ੍ਰਿਤ ਹੀ ਹੈ, ਫਿਰ ਵਿਖ ਨਹੀਂ ਹੈ। त्रिकुटी छुटी बिमल मझार। त्रिकुटी त्रैगुण माया त्रिकुटी है, त्रिलोकी त्रिकुटी त्रैगुण माया ये छुट जाती है। त्रिकुटी जदों छुटती है फिर मन निर्मल हो जाता है, बेमल हो जाता है, मल तो महल तो रहत हो जाता है, फिर उस दे विच वसता है। क्योंकि चौथे पद त्रिकुटी छुटे, चौथा पद त्रिकुटी छुटे दसवां द्वार खुले। त्रिकुटी छुटती है जदों दसवां द्वार खुल जाता, जदों दसवें द्वार दे विच वासा हो जाता है। चौथे पद विच वासा होता है। त्रैगुण मेटे चौथे वर्त। गुर की मत जी आई कर। जदों इस अवस्था चले जाता है जीव गुर दा ज्ञान लैके, फिर मालक उस नूं एक कार दे विच लाउंदा है, अपने जन नूं एक कार दे विच लाउंदा है कि तुसीं हुण गुर दा ज्ञान देना है। पर कदों जदों गुर दे ज्ञान नूं लैके सुन के मन के त्रै गुणां नूं छड्ड दिंदा है, बिख नूं त्याग दिंदा है ते चौथे विच वरतदा है, फिर प्रभु अपने जन नूं इस कार दे विच लाउंदा है। गुर दी मत, गुर की मत जी आई का, भी तू हुण गुर दी मत देनी है, तू गुर दा ज्ञान देना है। एक सुख मानिया सहज मिलाया। सुख प्राप्त होंदा है सहज दे विच जदों मिलदा है। सहज चौथा पद है। निर्मल बाणी भरम चुकाया। जदों निर्मल बाणी ज्ञान दा सुरमा नेत्रां च पा के देखते हाँ तो वह भरम खत्म हो जाता है, सुख प्राप्त होता है। लाल भये सूहा रंग माया। हुण जोड़ा अपने शरीर दा रंग है, क्योंकि अपने शरीर दे विच खून है, इस चम दे विच खून है। अपने जे माड़ा जा भी किते चीर आ जाता खून बाहर आना शुरू हो जाता है। खून दा रंग जिहड़ा सूहा रंग है, इस करके साडी चमड़ी दा रंग भी सूहा है। ये माया है सारी। ते प्रभु दा रंग है लालां वर्गा, हीरियां वर्गा। वो रंग मालक दा है ते सूहा रंग माया दा है। लाल भये सूहा रंग माया। फिर ਜਿਹੜੇ उस प्रभु च समाउंदे ने ज्ञान लेंदे ने उन्हां दा रंग माया दा खत्म हो के किहड़ा हो जाता है? लाला वर्गा। साडा मुख प्रकाश हो जाता है, उज्जल हो जाता है। नदर पई बिख ठाक रहाया। इदां फिर त्रै गुणां नूं छड्ड के मन फिर नदरां द्वारा उस मालिक नूं देखदा, उस सूहे रंग लाल रंग नूं देखता है। हीरे वर्गा जो मालिक हाथां ते चमकदा है उस नूं देखदा है। ते इधरों मन नूं रोक दिता जाता है, त्रै गुणां तो रोक के चौथे पद विच वरतदा है। उल्ट भई जीवत मर जाग्या। फिर उल्ट हो जाता है।
ਮਨ ਇੱਕ ਵਾਰੀ ਮਰਦਾ ਹੈ, ਫਿਰ ਅਸਲੀ ਜੀਵਨ ਸ਼ੁਰੂ ਹੁੰਦਾ ਹੈ। ਮਨ ਜਿਵੇਂ ਸੁੱਤਾ ਤੇ ਮਰਿਆ ਆਪਾਂ ਕਹਿ ਦਿੰਦੇ ਇੱਕ ਬਰਾਬਰ ਹੀ ਹੈ, ਕੋਈ ਪਤਾ ਨਹੀਂ ਹੁੰਦਾ। ਬੇਸ਼ੱਕ ਜਿਹੜਾ ਸੁੱਤਾ ਹੈ ਉਸਨੇ ਫਿਰ ਜਾਗਣਾ ਹੁੰਦਾ ਹੈ, ਲੇਕਿਨ ਜਿਹੜਾ ਮਰ ਗਿਆ ਉਸਨੇ ਨਹੀਂ ਉੱਠਣਾ, ਲੇਕਿਨ ਸੁੱਤਾ ਮੋਇਆਂ ਦੇ ਬਰਾਬਰ ਹੈ। ਏਦਾਂ ਹੀ ਸਾਡਾ ਮਨ ਸੁੱਤਾ ਹੋਣ ਕਰਕੇ ਇਸ ਨੂੰ ਮੋਇਆਂ ਦੇ ਬਰਾਬਰ ਹੀ ਕਹਿੰਦੇ ਨੇ, ਇਸ ਨੂੰ ਜੀਵਤ ਨਹੀਂ ਕਹਿੰਦੇ। ਪਰ ਜਦੋਂ ਫਿਰ ਜਾਗਦਾ ਹੈ, ਫਿਰ ਇਸ ਦਾ ਜੀਵਨ ਸ਼ੁਰੂ ਹੁੰਦਾ ਹੈ। ਉਲਟ ਪਈ ਜੀਵਤ ਮਰ ਜਾਗਿਆ, ਸ਼ਬਦ ਰਵੇ ਮਨ ਹਰ ਸੋ ਲਾਗਿਆ। ਸ਼ਬਦ ਨੂੰ ਰਵਦਾ ਹੈ, ਪਰ ਕਦੋਂ? ਜਦੋਂ ਹਰੀ ਦੇ ਨਾਲ ਜੁੜ ਜਾਂਦਾ ਹੈ, ਫਿਰ ਉਹ ਸ਼ਬਦ ਦਾ ਗਿਆਨ ਦਿੰਦਾ ਹੈ। ਰਸ ਸੰਗ੍ਰਹ ਹੈ ਬਿਖ ਪਰ ਹਰ ਤਿਆਗਿਆ। ਫਿਰ ਉਸ ਦੇ ਰਸ ਨੂੰ ਪ੍ਰਾਪਤ ਕਰਦਾ ਹੈ ਤੇ ਬਿਖ ਨੂੰ ਛੱਡ ਦਿੰਦਾ ਹੈ, ਤਿਆਗ ਦਿੰਦਾ ਹੈ। ਬਿਖ ਦੇ ਵਿੱਚ ਤ੍ਰੈ ਗੁਣ ਮਾਇਆ, ਬੈਰ, ਵਿਰੋਧ, ਨਫ਼ਰਤ, ਨਿੰਦਾ, ਚੁਗਲੀ, ਈਰਖਾ, ਦੁਬਦਾ, ਇਹ ਸਾਰਾ ਛੱਡ ਕੇ ਤੇ ਫਿਰ ਉਸ ਪ੍ਰਭੂ ਦੇ ਰਸ ਨੂੰ ਪ੍ਰਾਪਤ ਕਰਦਾ ਹੈ। ਭਾਏ ਵਸੇ ਜਮ ਕਾ ਪਉ ਭਾਗਿਆ। ਤੇ ਫਿਰ ਉਸ ਪ੍ਰਭੂ ਨੂੰ ਪਾ ਕੇ ਉੱਥੇ ਵਾਸਾ ਹੋ ਗਿਆ। ਜਮਾਂ ਦਾ ਡਰ ਖਤਮ ਹੋ ਗਿਆ। ਜਮਾਂ ਦਾ ਡਰ ਕਦੋਂ ਹੈ? ਜਿੰਨੀ ਦੇਰ ਅਸੀਂ ਪ੍ਰਭੂ ਤੋਂ ਵਿਛੜੇ ਹਾਂ, ਨਿਰੰਕਾਰ ਤੋਂ ਵਿਛੜੇ ਹਾਂ। ਜਦੋਂ ਸਾਡਾ ਮਿਲਾਪ ਹੋ ਗਿਆ ਤੇ ਜਮਾਂ ਦਾ ਡਰ ਖਤਮ ਹੋ ਗਿਆ। ਸਾਧ ਰਹੇ ਬਾਦੰ ਹੰਕਾਰਾ। ਕਹਿੰਦੇ ਹੁਣ ਜਿਹੜਾ ਬਾਦੰ, ਬੈਰ, ਵਿਰੋਧ, ਹੰਕਾਰ ਸੀ, ਇਸ ਨੂੰ ਛੱਡ ਦਿੰਦੇ ਜਿਹੜੇ ਜੀਵ, ਤੇ ਹਰੀ ਦੇ ਨਾਲ ਚਿੱਤ ਜੁੜ ਜਾਂਦਾ ਹੈ। ਉਸ ਹਰੀ ਦੇ ਰੰਗ ਨੂੰ ਮਾਣਦੇ ਨੇ ਤੇ ਬਾਦ ਹੰਕਾਰ ਨੂੰ ਛੱਡ ਦਿੰਦੇ ਨੇ। ਚਿੱਤ ਹਰਸਿਓ ਰਾਤਾ ਹੁਕਮ ਅਪਾਰਾ। ਵੀ ਚਿੱਤ ਹਰੀ ਦੇ ਨਾਲ ਰਤਿਆ ਗਿਆ, ਉਸ ਦੇ ਹੁਕਮ ਦੇ ਵਿੱਚ ਚੱਲਦਾ ਹੈ, ਉਸ ਦਾ ਹੁਕਮ ਅਪਾਰ ਹੈ। ਇਸ ਕਰਕੇ ਉਸ ਪ੍ਰਭੂ ਦੇ ਆਨੰਦ ਦੇ ਵਿੱਚ ਰਹਿੰਦਾ ਹੈ, ਬਾਦੰ ਹੰਕਾਰ ਨੂੰ ਛੱਡ ਕੇ। ਜਾਤ ਰਹੇ ਪਤ ਕੇ ਆਚਾਰਾ। ਉੱਥੇ ਫਿਰ ਪਤ ਮਿਲਦੀ ਹੈ। ਅਸੀਂ ਉਵੇਂ ਚੱਲਦੇ ਹਾਂ ਆਪਣੇ ਸਰੀਰ ਦੇ ਵਿੱਚ, ਇਸ ਜਾਤ ਦੇ ਵਿੱਚ ਜੋਤ ਨੂੰ ਜਗਾ ਕੇ, ਉਸ ਦੇ ਹੁਕਮ ਦੇ ਵਿੱਚ ਚੱਲ ਕੇ, ਉਸ ਦੇ ਪੈ ਦੇ ਵਿੱਚ ਰਹਿ ਕੇ, ਫਿਰ ਸਾਨੂੰ ਆਪਣੇ ਘਰ ਦੇ ਵਿੱਚ ਮਾਣ ਇੱਜ਼ਤ ਪ੍ਰਾਪਤ ਹੁੰਦੀ ਹੈ, ਆਦਰ ਮਿਲਦਾ ਹੈ। ਤੁਝ ਬਿਨ ਕੋਇ ਨਾ ਦੇਖੂ ਮੀਤ। ਹੁਣ ਜਦੋਂ ਜਾਤ ਰਹੇ ਪਤ ਕੇ ਆਚਾਰਾ, ਦ੍ਰਿਸ਼ਟ ਭਈ ਸੁਖ ਆਤਮ ਤਾਰਾ। ਆਤਮ ਮਨ, ਫਿਰ ਆਤਮ। ਮਨ ਪ੍ਰਕਾਸ਼ ਹੋ ਜਾਂਦਾ ਹੈ, ਮਨ ਦਾ ਆਪਾ ਖਤਮ ਹੋ ਜਾਂਦਾ ਹੈ। ਫਿਰ ਕੀ ਰਹਿ ਜਾਂਦਾ ਹੈ? ਆਤਮ। ਤੇ ਆਤਮ ਵੀ ਇੱਕ ਸਮੇਂ ਤੇ ਜਾ ਕੇ ਪ੍ਰਮਾਤਮ ਰੂਪ ਹੋ ਜਾਂਦਾ ਹੈ, ਜਿੱਥੇ ਜਾ ਕੇ ਭਗਤਾਂ ਨੇ ਜਾ ਕੇ ਸਾਨੂੰ ਦੱਸ ਦਿੱਤਾ ਕਿ ਹੁਣ ਅਸੀਂ ਉਸ ਦਾ ਰੂਪ ਹਾਂ, ਸਾਡੇ ਤੇ ਉਸ ਦੇ ਵਿੱਚ ਕੋਈ ਫਰਕ ਨਹੀਂ ਹੈ। ਏਦਾਂ ਹੀ ਸਾਨੂੰ ਸਮਝਾਉਂਦੇ ਨੇ ਕਿ ਜਦੋਂ ਦ੍ਰਿਸ਼ਟੀ ਸਾਡੀ ਨਿਰਮਲ ਹੋ ਜਾਂਦੀ ਹੈ, ਫਿਰ ਮਨ ਆਪਾ ਖਤਮ ਕਰਕੇ ਫਿਰ ਸਾਨੂੰ ਆਤਮ ਹੀ ਸਾਰੇ ਪਾਸੇ ਨਜ਼ਰ ਆਉਂਦਾ ਹੈ। ਆਤਮ ਤੇ ਫਿਰ ਪਰਮਾਤਮ। ਆਤਮਾ ਪਰਮਾਤਮਾ ਏਕੋ ਕਰੇ, ਅੰਤਰ ਕੀ ਦੁਬਿਧਾ ਅੰਦਰ ਮਰੈ। ਜਦੋਂ ਦੁਬਿਧਾ ਖਤਮ ਹੋ ਜਾਂਦੀ, ਦੁਚਿੱਤੀ ਖਤਮ ਹੋ ਜਾਂਦੀ ਹੈ, ਪ੍ਰਕਾਸ਼ ਹੋ ਕੇ ਫਿਰ ਸਾਰਾ ਮਨ ਆਤਮ ਰੂਪ ਹੋ ਜਾਂਦਾ ਤੇ ਆਤਮ ਤੇ ਪਰਮਾਤਮ ਇੱਕ ਹੋ ਜਾਂਦੇ ਨੇ। ਤੁਝ ਬਿਨ ਕੋਇ ਨਾ ਦੇਖੂ ਮੀਤ। ਫਿਰ ਜਦੋਂ ਮਨ ਆਪਾ ਖਤਮ ਹੋ ਗਿਆ, ਫਿਰ ਸਾਰੇ ਪਾਸੇ ਆਤਮ ਰੂਪ ਹੋ ਗਿਆ, ਫਿਰ ਦੂਜਾ ਨਜ਼ਰ ਨਹੀਂ ਆਉਂਦਾ। ਫਿਰ ਸਾਡੇ ਵਾਸਤੇ ਸਾਰਾ ਉਹੀ ਹੈ ਤੇ ਸਾਰਿਆਂ ਦੇ ਵਿੱਚ ਅਵਸਥਾ ਹੈ।
ਦੂਜਾ ਕੋਈ ਵੀ ਨਹੀਂ ਹੈ। ਜਿੱਥੇ ਜਾ ਕੇ ਭਗਤਾਂ ਨੇ ਦੱਸਿਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਸਾਰੇ ਪਾਸੇ ਉਸ ਪ੍ਰਭੂ ਨੂੰ ਹੀ ਪ੍ਰਭੂ ਹੈ, ਪਰਮੇਸ਼ਰ ਹੀ ਪਰਮੇਸ਼ਰ ਹੈ। ਫਿਰ ਦੂਜਾ ਕੋਈ ਨਹੀਂ ਹੈ, ਕਿਉਂਕਿ ਆਪਾਂ ਸਾਰੇ ਇੱਕ ਪਿਤਾ ਤੋਂ ਪੈਦਾ ਹੋਏ ਹਾਂ। ਇੱਕ ਸਾਡਾ ਸਾਰਿਆਂ ਦਾ ਪਿਤਾ ਹੈ, ਆਪਾਂ ਉਸ ਦੇ ਬੱਚੇ ਹਾਂ, ਇੱਕ ਦੇ ਇੱਕ ਪਰਮੇਸ਼ਰ ਤੋਂ। ਕਿਉਂਕਿ ਪਰਮੇਸ਼ਰ ਨੇ ਆਪਣੇ ਤੋਂ ਨਾਮ ਪੈਦਾ ਕੀਤਾ ਤੇ ਨਾਮ ਦੁਆਰਾ ਸੰਸਾਰ ਪੈਦਾ ਕੀਤਾ ਹੈ। ਜਿਵੇਂ ਆਪਾਂ ਬਾਬਾ ਕਬੀਰ ਜੀ ਵੀ ਸਮਝਾਉਂਦੇ ਨੇ ਕਿ ਅਬਲ ਅੱਲਾਹ ਨੂਰ ਉਪਾਇਆ। ਅਬਲ ਕਹਿ ਦਿੰਦੇ ਪਹਿਲਾਂ, ਵੀ ਪਹਿਲਾਂ ਅੱਲਾ ਨੇ ਨੂਰ ਪੈਦਾ ਕੀਤਾ, ਨਾਮ ਪੈਦਾ ਕੀਤਾ, ਫਿਰ ਕੁਦਰਤ ਪੈਦਾ ਕੀਤੀ। ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਕ ਨੂਰ ਤੋਂ ਆਪਾਂ ਉਪਜੇ ਹਾਂ ਸਾਰੇ ਹੀ, ਪ੍ਰਕਾਸ਼ ਤੋਂ ਪੈਦਾ ਹੋਏ ਕਿ ਸਾਡਾ ਸਾਰਿਆਂ ਦਾ ਇੱਕੋ ਰੂਪ ਹੈ ਤੇ ਉਹ ਰੂਪ ਵੀ ਸਾਡਾ ਬਹੁਤ ਸੁੰਦਰ ਹੈ। ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਕੰਗਾਲ ਹੈ, ਰੰਕ ਹੈ। ਇਹ ਤਾਂ ਸੰਸਾਰਿਕ ਪਦਾਰਥ ਸੰਸਾਰ ਦੇ ਵਿੱਚ ਨੇ, ਲੇਕਿਨ ਜਿਹੜਾ ਸਾਡਾ ਮਨ ਦਾ ਰੂਪ ਹੈ ਸਾਰਿਆਂ ਦਾ ਇੱਕੋ ਰੂਪ ਹੈ। ਇੱਕ ਹੈ ਰੂਪ ਅਨੂਪ ਸਰੂਪਾ, ਰੰਕ ਪਇਓ ਰਾਬ ਕਹੀ ਭੂਪਾ। ਚਾਹੇ ਰੰਕ ਹੈ, ਕੋਈ ਚੌਧਰੀ ਹੈ, ਰਾਜਾ ਹੈ, ਕੋਈ ਵੀ ਹੈ, ਇੱਕੋ ਜਿਹਾ ਸਰੂਪ ਹੈ। ਪਰ ਜਦੋਂ ਅਸੀਂ ਨਾਮ ਨੂੰ ਧਿਆ ਕੇ ਆਪਣੇ ਮਨ ਨੂੰ ਨਿਰਮਲ ਕਰ ਲੈਂਦੇ ਹਾਂ, ਇਸ ਕਰਕੇ ਉਹ ਫਿਰ ਸਮਝਾਉਂਦੇ ਨੇ ਬਈ ਹੁਣ ਤੇਤੇ ਬਿਨਾਂ ਦੂਜਾ ਸਾਨੂੰ ਕੋਈ ਨਜ਼ਰ ਨਹੀਂ ਆਉਂਦਾ। ਤੁਝ ਬਿਨ ਕੋਏ ਨਾ ਦੇਖੂ ਮੀਤ। ਹੁਣ ਤੂੰ ਸਾਡਾ ਮਿੱਤਰ ਹੈ, ਤੇ ਤੋਂ ਬਿਨਾਂ ਦੂਜਾ ਨਹੀਂ ਹੈ। ਬਾਬਾ ਕਬੀਰ ਜੀ ਸਮਝਾਉਂਦੇ ਨੇ ਕਿ ਜਿਹੜਾ ਆ ਯੁੱਗ ਹੈ, ਕਲ ਯੁੱਗ ਹੈ, ਇਸ ਦੇ ਵਿੱਚ ਜੇ ਆਪਾਂ ਹੋਰਾਂ ਨੂੰ ਮਿੱਤਰ ਬਣਾਵਾਂਗੇ, ਮਨ ਦੇ ਮਿੱਤਰ, ਕਿਉਂਕਿ ਕੋਈ ਕਿਸੇ ਨੂੰ ਮੰਨਦਾ ਹੈ, ਕੋਈ ਕਿਸੇ ਨੂੰ ਮੰਨਦਾ ਹੈ, ਕੋਈ ਪੱਥਰਾਂ ਨੂੰ ਮੰਨਦਾ ਹੈ, ਕੋਈ ਦਰਖਤਾਂ ਨੂੰ ਪੂਜਦਾ ਹੈ, ਕੋਈ ਮੂਰਤੀਆਂ ਨੂੰ ਪੂਜਦਾ ਹੈ, ਪਰ ਉਸਨੂੰ ਸੁੱਖ ਨਹੀਂ ਮਿਲੇਗਾ। ਸੁੱਖ ਕਿਹਨੂੰ ਮਿਲੇਗਾ? ਜਿਹੜਾ ਇੱਕ ਪਰਮੇਸ਼ਰ ਦੇ ਨਾਲ ਪਿਆਰ ਕਰਦਾ ਹੈ, ਇੱਕ ਨੂੰ ਮਿੱਤਰ ਬਣਾਉਂਦਾ ਹੈ। ਸਮਝਾਉਂਦੇ ਨੇ ਬਾਬਾ ਕਬੀਰ ਜੀ, ਸੁਖ ਨਾਹੀ ਕਬੀਰ ਸੁਖ ਨਾਹੀ ਐਸ ਜੁਗ, ਕਰੇ ਜੋ ਬਹੁਤੇ ਮੀਤ। ਜੋ ਚਿਤ ਰਾਖੈ ਏਕ ਸਿਉ, ਸੋ ਸੁਖ ਪਾਵੈ ਨੀਤ। ਜਿਹੜਾ ਇੱਕ ਪਰਮੇਸ਼ਰ ਨਾਲ ਚਿੱਤ ਜੋੜ ਕੇ ਰੱਖੇਗਾ ਉਹ ਸਦਾ ਸੁਖ ਹੀ ਰਹੇਗਾ। ਜਿਹੜਾ ਬਹੁਤੇ ਮਿੱਤਰ ਬਣਾਏਗਾ ਤੇ ਉਹ ਸੁਖ ਹੀ ਨਹੀਂ ਪ੍ਰਾਪਤ, ਸੁਖ ਨਹੀਂ ਪ੍ਰਾਪਤ ਕਰ ਸਕਦਾ। ਇਸ ਕਰਕੇ ਜਿਨ੍ਹਾਂ ਮਿੱਤਰ ਪ੍ਰਭੂ ਨੂੰ ਬਣਾ ਲਿਆ, ਉਹ ਫਿਰ ਹੋਰ ਨੂੰ ਨਹੀਂ ਦੇਖਦੇ। ਕਿਸ ਸੇਵੂ ਕਿਸ ਦੇਵੂ ਚੀਤ। ਤੇਰੇ ਵਰਗਾ ਕੋਈ ਮਿੱਤਰ ਹੈ ਹੀ ਨਹੀਂ ਕੋਈ ਹੋਰ। ਹੋਰ ਅਸੀਂ ਚਿੱਤ ਦੇਈਏ ਕਿਸ ਨੂੰ, ਕਿਹਦੀ ਸੇਵਾ ਕਰੀਏ? ਤੂੰ ਹੀ ਸਾਡਾ ਮਿੱਤਰ ਹੈ, ਤੂੰ ਹੀ ਹਰ ਥਾਂ ਤੇ, ਕਿ ਤੂੰ ਸਰਬ ਵਿਆਪਕ ਹੈ, ਤੂੰ ਹਰ ਥਾਂ ਤੇ ਹੈ। ਕਿਸ ਪੁੱਛੋਂ ਕਿਸ ਲਾਗੂ ਪਾਏ, ਵੀ ਕਿਹਦੇ ਹੋਰ ਪੈਰ ਲੱਗ, ਕਿਹਨੂੰ ਪੁੱਛਾਂ? ਕਿਸ ਉਪਦੇਸ਼ ਰਹਾਂ ਲਿਵ ਲਾਏ। ਹੋਰ ਕਿੱਥੋਂ ਉਪਦੇਸ਼ ਲਈਏ ਕਿ ਅਸੀਂ ਲਿਵ ਜੋੜੀਏ, ਕਿਉਂਕਿ ਤੇ ਤੋਂ ਬਿਨਾਂ ਦੂਜਾ ਨਹੀਂ ਹੈ। ਤੂੰ ਹੀ ਸਾਡਾ ਅਸਲੀ ਮਿੱਤਰ ਹੈ। ਗੁਰ ਸੇਵੀ ਗੁਰ ਲਾਗੂ ਪਾਏ। ਸਿਰਫ ਗੁਰ ਦੀ ਸੇਵਾ ਕਰਨੀ ਹੈ, ਗੁਰ ਦੇ ਪਾਏ ਲੱਗਣਾ ਹੈ। ਭਗਤ ਕਰੀ ਰਾਜੋ ਹਰਨਾ। ਭਗਤੀ ਕਰਨੀ ਹੈ ਕਿ ਹਰੀ ਚ ਰਤੇ ਜਾਣਾ ਹੈ, ਨਾਮ ਦੇ ਵਿੱਚ ਰਤੇ ਜਾਣਾ ਹੈ। ਕਿਉਂਕਿ ਜਿਨ੍ਹਾਂ ਨੇ ਸਾਨੂੰ ਗਿਆਨ ਦਿੱਤਾ, ਇਹ ਗਿਆਨ ਉਦੋਂ ਹੀ ਦਿੱਤਾ ਜਾਂਦਾ ਹੈ ਜਦੋਂ ਸਾਡਾ ਮਨ ਉਸ ਪ੍ਰਭੂ ਦੇ
ਵਿੱਚ ਰਤਿਆ ਜਾਂਦਾ ਹੈ। ਮਹਾਰਾਜ ਸਮਝਾਉਂਦੇ ਨੇ, ਜਿਨ ਵਡਿਆਈ ਤੇਰੇ ਨਾਮ ਕੀ, ਸੇ ਰਤੇ ਮਨ ਮਾਹੇ। ਉਸ ਦੀ ਵਡਿਆਈ ਤਾਂ ਹੀ ਹੁੰਦੀ ਹੈ ਜੇ ਮਨ ਉਹਦੇ ਚ ਰਤਿਆ ਰਹਿੰਦਾ ਹੈ। ਆਪਾਂ ਨਾਮ ਰਤ ਕਹਿ ਦਿੰਦੇ ਹਾਂ, ਹਰ ਰਤ ਕਹਿ ਦਿੰਦੇ, ਹਰੀ ਚ ਰਤੇ ਜਾਣਾ, ਨਾਮ ਦੇ ਵਿੱਚ ਰਤੇ ਜਾਣਾ, ਸੱਚ ਦੇ ਵਿੱਚ ਰਤੇ ਜਾਣਾ। ਏਦਾਂ ਹੀ ਹੋਰ ਧਰਮਾਂ ਦੇ ਵਿੱਚ ਵੀ ਇਹ ਦੱਸਿਆ ਹੋਇਆ ਹੈ, ਜਿਨ੍ਹਾਂ ਨੇ ਗਿਆਨ ਦਿੱਤਾ। ਜਦੋਂ ਗਿਆਨ ਤਾਂ ਹੀ ਆਉਂਦਾ ਹੈ, ਜਿਵੇਂ ਆਪਾਂ ਇਸਲਾਮ ਦੇ ਵਿੱਚ ਹਜਰਤ, ਹਜ ਕਰਨਾ, ਹਜ ਦੇ ਵਿੱਚ ਰਤੇ ਰਹਿਣਾ, ਹਰ ਸਮੇਂ ਅੱਲਾ ਦੇ ਵਿੱਚ ਰਤੇ ਰਹਿਣਾ, ਉਸਦੇ ਨਾਮ ਦੇ ਵਿੱਚ ਰਤੇ ਰਹਿਣਾ। ਫਿਰ ਜਾ ਕੇ ਹੀ ਇਸਲਾਮ ਦੇ ਵਿੱਚ ਗੁਰੂ ਨਾਨਕ ਸਾਹਿਬ ਵੀ ਸਮਝਾਉਂਦੇ ਨੇ ਕਿ ਜੇ ਕੋਈ ਕਾਜੀ ਕਹਾਉਂਦਾ, ਆਪਣੇ ਆਪ ਨੂੰ ਮੌਲਾਨਾ ਕਹਾਉਂਦਾ ਹੈ, ਉਪੇਖਤਾ ਹੈ। ਅਸਲੀ ਕਾਜੀ ਮੌਲਾਨਾ ਕੌਣ ਹੈ? ਜਿਹੜਾ ਉਸ ਪ੍ਰਭੂ ਦੇ ਨਾਮ ਨੂੰ ਜਾਣਦਾ ਹੈ। ਤਾਂ ਤੂੰ ਕਾਜੀ, ਤਾਂ ਤੂੰ ਮੁੱਲਾ, ਜਾਣੈ ਨਾਮ ਖੁਦਾਈ। ਵੀ ਜੇ ਤੂੰ ਖੁਦਾ ਦੇ ਨਾਮ ਨੂੰ ਜਾਣਦਾ ਹੈ, ਫਿਰ ਤੂੰ ਕਾਜੀ ਹੈ, ਤੂੰ ਮੁੱਲਾ ਹੈ। ਨਹੀਂ ਤਾਂ ਤੂੰ ਬਾਰੀ ਪੇਖੀ, ਪੇਖ ਦਾ ਮੁੱਲਾ ਹੈ, ਕਾਜੀ ਹੈ। ਕਿਉਂਕਿ ਜਿੰਨਾ ਗਿਆਨ ਦਿੱਤਾ ਉਹ ਹਰ ਸਮੇਂ ਉਸ ਵਿੱਚ ਰਤੇ ਸੀ, ਰਤੇ ਰਹਿੰਦੇ ਸੀ। ਭਗਤ ਕਰੀ ਰਾਚੋਂ ਹਰ ਨਾਮ, ਵੀ ਭਗਤ ਕਰਦੇ ਹਰੀ ਦੇ ਨਾਮ ਵਿੱਚ ਰਤ ਕੇ। ਸਿੱਖਿਆ ਦੀਖਿਆ ਭੋਜਨ ਪਾਓ। ਭੋਜਨ ਕਿਹੜਾ ਬਣ ਗਿਆ? ਪ੍ਰਭੂ ਦਾ ਪਿਆਰ, ਪ੍ਰਭੂ ਦੀ ਸਿੱਖਿਆ ਦੇਣੀ, ਪ੍ਰਭੂ ਦਾ ਗਿਆਨ ਦੇਣਾ, ਦਿਖਿਆ ਦੇਣੀ, ਦਿਖਿਆ ਲੈਣੀ, ਪ੍ਰਭੂ ਦੇ ਗੁਣ ਗਾਉਣੇ, ਪ੍ਰਭੂ ਦੇ ਗੁਣ ਸੁਣਨੇ। ਇਹ ਫਿਰ ਸਾਡੇ ਮਨ ਦਾ ਭੋਜਨ ਹੈ। ਭਗਤਾਂ, ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ। ਵੀ ਭੁੱਖ ਕਿਹੜੀ ਲੱਗਦੀ ਹੈ ਭਗਤਾਂ ਨੂੰ? ਪ੍ਰਭੂ ਦੀ ਸਿਫਤ ਸਲਾਹ ਦੀ, ਸੱਚੇ ਨਾਮ ਦੀ ਸਿਫਤ ਸਲਾਹ ਦੀ। ਹੁਕਮ ਸੰਜੋਗੀ ਨਿਜ ਕਰ ਜਾਓ। ਫਿਰ ਜਿਹੜੇ ਉਹ ਸੰਜੋਗੀ ਨੇ, ਜਿਨ੍ਹਾਂ ਦਾ ਸੰਜੋਗ ਹੋਣਾ ਹੈ, ਉਹ ਹੁਕਮ ਨੂੰ ਮੰਨਦੇ ਨੇ, ਨਿਜ ਘਰ ਦੇ ਵਿੱਚ ਵਾਸਾ ਪਾਉਂਦੇ ਨੇ। ਕਿਉਂਕਿ ਨਿਜ ਘਰ ਵਿੱਚ ਜਾ ਕੇ ਹੀ ਇਹ ਗਿਆਨ ਦਿੱਤਾ ਜਾਂਦਾ ਹੈ, ਸੰਜੋਗ ਕੀਤਾ ਜਾਂਦਾ ਹੈ। ਵਿਜੋਗ ਮਿਲ ਵਿਛੜਿਆ ਸੰਜੋਗੀ ਮਿਲ। ਗਰਭ ਗਤਕ ਸੁਖ ਆਤਮ ਧਿਆਨਾ। ਹੁਣ ਫਿਰ ਸਾਡੀ ਗਤ ਹੁੰਦੀ ਹੈ, ਜਨਮ ਮਰਨ ਤੋਂ ਖਤਮ ਸਾਡਾ ਛੁਟਕਾਰਾ ਹੁੰਦਾ ਹੈ ਜਦੋਂ ਸਾਡਾ ਧਿਆਨ ਆਤਮ ਰੂਪ ਹੋ ਜਾਂਦਾ ਹੈ, ਜਿੱਥੇ ਸੁਖ ਨੇ। ਜੋਤ ਭਈ ਜੋਤੀ ਮਹਿ ਸਮਾਨਾ। ਉੱਥੇ ਜੋਤ ਜੋਤ ਵਿੱਚ ਜਾ ਕੇ ਮਿਲ ਜਾਂਦੀ ਹੈ, ਇੱਕ ਹੋ ਜਾਂਦੇ ਹਾਂ। ਲਿਖਤ ਮਿਟੈ ਨਹੀਂ ਸ਼ਬਦ ਨਿਸ਼ਾਨਾ। ਜਿਹੜਾ ਸ਼ਬਦ ਹੈ ਗੁਰ ਦਾ ਸ਼ਬਦ, ਉਹ ਫਿਰ ਮਿਟਦਾ ਨਹੀਂ। ਜੇ ਅਸੀਂ ਇੱਕ ਵਾਰੀ ਮਨ ਵਿੱਚ ਲਿਖ ਲਿਆ, ਗਿਆਨ ਲੈ ਕੇ ਮਨ ਵਿੱਚ ਵਸਾ ਲਿਆ, ਹਿਰਦੇ ਵਿੱਚ ਲਿਖ ਲਿਆ, ਉਹ ਫਿਰ ਮਿਟਦਾ ਨਹੀਂ ਹੈ। ਕਿਉਂਕਿ ਕਾਗਜ਼ ਜਲ ਸਕਦਾ ਹੈ, ਨਾਸ ਹੋ ਸਕਦਾ ਹੈ, ਲਿਖਿਆ ਮਿਟ ਸਕਦਾ ਹੈ, ਲੇਕਿਨ ਹਿਰਦੇ ਦੇ ਵਿੱਚ ਲਿਖਿਆ ਨਹੀਂ ਮਿਟਦਾ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਉਸ ਨੂੰ ਹਿਰਦੇ 'ਚ ਲਿਖ ਲਓ ਤੇ ਸਦਾ ਉਹਦੇ ਪਿਆਰ ਦੇ ਵਿੱਚ ਰਹੋ। ਕਲੋ ਮਸਾਜਨੀ ਕਿਆ ਸਦਾਈ ਹੈ, ਹਿਰਦਾ ਹੀ ਲਿਖ ਲੈ ਹੋ। ਸਦਾ ਸਾਹਿਬ ਕੇ ਸੰਗ ਰਹੋ, ਕਬੂ ਨਾ ਟੁੱਟ ਸਨੇਹੋ। ਕਹਿੰਦੇ ਉਹ ਸਦਾ ਉਹਦੇ ਰੰਗ 'ਚ ਰਹੋ, ਕਦੇ ਪਿਆਰ ਨਹੀਂ ਟੁੱਟੇਗਾ। ਹਿਰਦੇ 'ਚ ਲਿਖ ਲਓ। ਕਲਮ ਸਿਆਹੀ ਦੇ ਨਾਲ ਲੋੜ ਨਹੀਂ ਹੈ। ਕਲੋ ਮਸਾਜਨੀ ਜਾਏ ਸੀ। ਕਲਮ ਵੀ ਜਾ ਸਕਦੀ, ਸਿਆਹੀ ਵੀ ਜਾ ਸਕਦੀ, ਖਤਮ ਹੋ ਸਕਦੀ, ਨਾਸ ਹੋ ਸਕਦੀ ਹੈ। ਲਿਖਿਆ ਵੀ ਨਾਲੇ ਜਾਏ, ਲਿਖਿਆ ਵੀ ਨਾਸ ਹੋ ਸਕਦਾ ਹੈ। ਨਾਨਕ ਸਹਿ ਪ੍ਰੀਤ ਨਾ ਜਾਏ ਸੀ, ਤੁਰ ਛੋਡੀ ਸੱਚੇ ਪਾਏ। ਜੇ ਅਸੀਂ ਉਸ ਨਾਲ ਪਿਆਰ ਪਾ ਲਿਆ,
ਉਹ ਨਾਸ ਨਹੀਂ ਹੁੰਦਾ, ਕਿਉਂਕਿ ਨਾ ਮਨ ਵੀ ਅਵਿਨਾਸੀ ਹੋ ਜਾਂਦਾ, ਪ੍ਰਭੂ ਵੀ ਅਵਿਨਾਸੀ ਹੈ। ਤੇ ਇਸ ਕਰਕੇ ਜਿਹੜਾ ਸ਼ਬਦ ਦਾ ਗਿਆਨ ਹੈ ਉਹ ਵੀ ਅਵਿਨਾਸੀ ਹੈ। ਗੁਰ ਕਾ ਬਚਨ ਸਦਾ ਅਵਿਨਾਸੀ। ਕਰਤਾ ਕਾਰਨ ਕਰਤਾ ਜਾਨਾ, ਤੇ ਉਸ ਪ੍ਰਭੂ ਦਾ ਕਾਰਨ ਹੈ, ਉਹ ਆਪ ਜਨਾਉਂਦਾ ਹੈ, ਆਪ ਗਿਆਨ ਦਿੰਦਾ ਹੈ। ਉਸ ਨੂੰ ਮਨ ਵਿੱਚ ਵਸਾ ਕੇ ਆਪਾਂ ਆਪਣੇ ਕਾਰਜ ਨੂੰ ਪੂਰਾ ਕਰ ਸਕਦੇ ਹਾਂ। ਨਹਿ ਪੰਡਤ ਨਹਿ ਚਤੁਰ ਸਿਆਣਾ, ਨਾ ਕੋਈ ਪੰਡਤ ਹੈ ਨਾ ਕੋਈ ਸਿਆਣਾ ਚਤੁਰ ਹੈ। ਨਹਿ ਭੂਲੋ ਨਹਿ ਪਰਮ ਭੁਲਾਨਾ, ਨਾ ਕੋਈ ਭੁੱਲਿਆ ਹੈ ਨਾ ਪਰਮ ਦੁਆਰਾ ਭੁਲਾਇਆ ਜਾਂਦਾ ਹੈ। ਜਿਹਨੂੰ ਗਿਆਨ ਹੋ ਜਾਂਦਾ ਹੈ, ਕਥੋ ਨਾ ਕਥਨੀ ਹੁਕਮ ਪਛਾਨਾ, ਕੋਈ ਕਥਨੀ ਨਹੀਂ ਹੈ, ਸਿਰਫ ਹੁਕਮ ਨੂੰ ਪਛਾਨਣਾ ਹੈ। ਗੁਰ ਦਾ ਗਿਆਨ ਲੈ ਕੇ ਕਿ ਕਿਵੇਂ ਉਹਦੀ ਸ਼ਰਨ ਜਾਣਾ। ਹੁਕਮ ਹੈ ਵੀ ਇਸ ਰਸਤੇ 'ਚ ਹੀ ਆਪਾਂ ਅੰਦਰ ਜਾਣਾ। ਜਿਵੇਂ ਆਪਾਂ ਦੇਖਦੇ ਹਾਂ, ਕਿਤੇ ਜਾਂਦੇ ਹਾਂ, ਸਾਨੂੰ ਦੱਸਿਆ ਜਾਂਦਾ ਵੀ ਇਸ ਰਸਤੇ 'ਚ ਅਸੀਂ ਅੰਦਰ ਜਾ ਸਕਦੇ ਹਾਂ, ਇਸ ਰਸਤਾ ਬੰਦ ਹੈ, ਇੱਧਰ ਨੂੰ ਨੋ ਐਂਟਰੀ ਹੈ। ਏਦਾਂ ਹੀ ਆਪਣੇ ਮਨ ਨੂੰ ਦੱਸਿਆ ਕਿ ਇਸ ਰਸਤੇ ਨੂੰ ਆਪਾਂ ਅੰਦਰ ਆਉਣਾ, ਹੁਕਮ ਨੂੰ ਪਹਿਚਾਨਣਾ ਹੈ। ਨਾਨਕ ਗੁਰਮਤਿ ਸਹਿਜ ਸਮਾਣਾ, ਏਦਾਂ ਗੁਰ ਦੀ ਮਤ ਲੈ ਕੇ ਹੁਕਮ ਦੇ ਵਿੱਚ ਚੱਲ ਕੇ ਅਸੀਂ ਸਹਿਜ ਦੇ ਵਿੱਚ ਸਮਾਉਣਾ ਹੈ, ਚੌਥੇ ਪਦ ਵਿੱਚ ਸਮਾਉਣਾ ਹੈ। ਕਿਉਂਕਿ ਇੱਥੇ ਹੋਰ ਕੋਈ ਸਿਆਣਪ ਨਹੀਂ ਚੱਲਦੀ। ਸਹਿਜ ਸਿਆਣਪ ਅਲੱਖ ਹੋਏ ਇੱਕ ਨਾ ਚੱਲੈ ਨਾ, ਨਾ ਕੋਈ ਚਤੁਰ ਨਾ ਹੀ ਸਿਆਣਾ, ਨਾ ਕੋਈ ਮੂਰਖ ਨਾ ਹੀ ਸਿਆਣਾ, ਵੀ ਨਾ ਕੋਈ ਮੂਰਖ ਹੈ ਨਾ ਕੋਈ ਸਿਆਣਾ ਹੈ। ਸਿਰਫ ਹੁਕਮ ਪਹਿਚਾਨਣਾ ਹੈ। ਹਰ ਇੱਕ ਜੀਵ ਉਸ ਪ੍ਰਭੂ ਦੇ ਵਿੱਚ ਸਮਾ ਸਕਦਾ ਹੈ। ਸੋ ਗੁਰਮੁਖ ਪਿਆਰਿਓ, ਥੋੜਾ ਜ਼ਿਆਦਾ ਹੋ ਗਿਆ, ਲੰਬਾ ਹੋ ਗਿਆ ਆਪਣਾ ਵਿਚਾਰ। ਅੱਜ ਵੀ ਕੱਲ ਵੀ ਥੋੜੀ ਲੰਬੀ ਹੋ ਗਈ ਸੀ। ਚਲੋ ਕੋਈ ਗੱਲ ਨਹੀਂ, 5-7 ਮਿੰਟ ਆਪਣੇ ਜ਼ਿਆਦਾ ਵੀ ਲੱਗ ਗਏ। ਆਓ ਸਮਝ ਲਈਏ ਕਿ ਹੈ ਕਿ ਜਿਹੜਾ ਅਵਿਨਾਸੀ ਹੈ। ਕਿਉਂਕਿ ਗੁਰ ਦਾ ਗਿਆਨ ਜਿਹੜਾ ਸਿਰਫ ਹਿਰਦੇ 'ਚ ਲਿਖਣਾ ਹੈ ਅਸੀਂ, ਤੇ ਜਿਹਦੇ ਨਾਲ ਆਪਾਂ ਫਿਰ ਉਸ ਪ੍ਰਭੂ ਨਾਲ ਪਿਆਰ ਪਾਉਣਾ ਹੈ, ਉਸ ਨੂੰ ਸਦਾ ਸੰਗ ਜਾਣਨਾ ਹੈ। ਫਿਰ ਸਾਡਾ ਕਦੇ ਵਿਛੋੜਾ ਨਹੀਂ ਹੋਏਗਾ। ਜੋ ਮਨ ਨੇਤਰਾਂ ਦੇ ਵਿੱਚ ਹੈ, ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਸਮ ਕਰਨਾ ਹੈ। ਪਹਿਲਾਂ ਇੱਥੇ ਦ੍ਰਿਸ਼ਟੀ ਫੋਕਸ ਕਰਨੀ ਹੈ, ਆਪਣੇ ਆਪ ਨੂੰ ਦੇਖਣਾ ਹੈ। ਹਾਲਾਂਕਿ ਜੋ ਜੀਵ ਆਪਾਂ ਤੇ ਆਉਂਦੇ ਨੇ, ਜੋ ਮਿਲੇ ਨੇ, ਉਹਨਾਂ ਨੂੰ ਤਾਂ ਮਹਾਰਾਜ ਕਹਿੰਦੇ ਕਿ ਆਪਾਂ ਮਿਲ ਸਕਦੇ ਹਾਂ। ਜਿਹੜੇ ਭੁੱਲੇ ਨੇ ਉਹਨਾਂ ਨੂੰ ਗਿਆਨ ਦੇਣਾ ਹੈ। ਇੱਕ ਭੂਲੇ ਨਾਵੋ ਥੇਹੋ ਥਾਵੋ, ਇੱਕ ਭੁੱਲੇ ਨੇ ਇੱਥੋਂ, ਉਸ ਘਰ ਦਾ ਗਿਆਨ ਨਹੀਂ, ਉਹਨਾਂ ਨੂੰ ਗੁਰ ਦੇ ਸ਼ਬਦ ਦੁਆਰਾ ਗਿਆਨ ਦੇਣਾ ਹੈ। ਇੱਕ ਭੂਲੇ ਨਾਵੋ ਥੇਹੋ ਥਾਵੋ, ਗੁਰ ਸ਼ਬਦੀ ਸੱਚ ਖੇਲੋ। ਉਹ ਫਿਰ ਸੱਚ ਦੇ ਨਾਲ ਖਿਲ ਸਕਦੇ ਨੇ। ਜਿਹੜੇ ਭੁੱਲੇ ਨੇ ਉਹਨਾਂ ਵਾਸਤੇ ਗਿਆਨ ਹੈ। ਇਸ ਕਰਕੇ ਆਪਣੇ ਵਿੱਚ ਜ਼ਿਆਦਾ ਜਿਹੜੇ ਨੇ ਰੋਜ਼ ਧਿਆਉਣ ਵਾਲੇ ਨੇ, ਪਰ ਫਿਰ ਵੀ ਆਪਾਂ ਆਪਣੇ ਆਪ ਨੂੰ ਦੇਖਣਾ ਹੈ। ਕਿਉਂਕਿ ਆਪਾਂ ਵਿਚਰਦੇ ਹਾਂ ਸਾਰਾ ਦਿਨ ਸੰਸਾਰ ਦੇ ਵਿੱਚ, ਮੈਲ ਲੱਗ ਜਾਂਦੀ ਹੈ ਚਿੱਕੜ ਤ੍ਰੈਗੁਣ ਦੇ ਵਿੱਚ। ਇਸ ਕਰਕੇ ਆਪਾਂ ਧੋ ਕੇ ਨਿਰਮਲ ਰਹਿਣਾ ਹੈ। ਇੱਥੇ ਫੋਕਸ ਕਰਕੇ ਦੇਖਣਾ ਹੈ। ਜੇ ਕੋਈ ਨਵਾਂ ਹੈ, ਉਸਨੇ ਇੱਥੇ ਸਮ ਕਰਕੇ ਫੋਕਸ ਕਰਕੇ ਦ੍ਰਿਸ਼ਟੀ ਨੂੰ ਇਹ ਦੇਖਣਾ ਹੈ ਕਿ ਨੱਕ ਦਿਸਦਾ ਹੈ ਜਾਂ ਨਹੀਂ ਦਿਸਦਾ। ਜੇ ਮਨ ਇੱਕ ਦ੍ਰਿਸ਼ਟ ਹੈ, ਫਿਰ ਸਾਨੂੰ ਆਪਣਾ ਨੱਕ ਨਹੀਂ ਦਿਸੇਗਾ। ਜੇ ਦੋ ਦ੍ਰਿਸ਼ਟੀ ਦੇ ਵਿੱਚ ਹੈ, ਫਿਰ ਸਾਨੂੰ ਆਪਣਾ ਨੱਕ ਦਿਸੇਗਾ। ਤੇ ਜਿਹੜੇ ਤੇ ਆਉਂਦੇ ਨੇ ਉਹਨਾਂ ਨੂੰ ਆਪਣਾ ਨੱਕ ਪ੍ਰਕਾਸ਼ ਦਿਸੇਗਾ, ਸ਼ੀਸ਼ੇ ਦੀ ਤਰ੍ਹਾਂ ਦਿਸੇਗਾ। ਇੰਨਾ ਆਪਾਂ ਪਰਖਣਾ ਹੈ। ਜੇ ਨੱਕ ਦਿਸਦਾ, ਫਿਰ ਆਪਾਂ ਇੰਨਾ ਦੇਖਣਾ ਕਿ ਕਿਸ ਪਾਸਿਓਂ ਦਿਸਦਾ, ਸੱਜੇ, ਖੱਬੇ ਜਾਂ ਵਿਚਾਲੇ। ਕਿਉਂਕਿ ਸੱਜੇ ਤਮੋ ਗੁਣ ਹੈ, ਖੱਬੇ ਰਜੋ ਗੁਣ, ਵਿਚਾਲੇ ਸਤੋ ਗੁਣ ਹੈ। ਇੰਨਾ ਕੁ ਪਰਖਣਾ ਹੈ। ਇਸ ਤੋਂ ਬਾਅਦ ਫਿਰ ਦੇਖ ਲਓ ਮੇਰੇ ਵੱਲ, ਜੇ ਕੋਈ ਨਵਾਂ ਜੀਵ ਹੈ, ਪਹਿਲਾਂ ਇੱਥੇ ਦ੍ਰਿਸ਼ਟੀ ਫੋਕਸ ਕਰਕੇ ਆਪਣੇ ਆਪ ਨੂੰ ਦੇਖਣਾ ਹੈ, ਧਿਆਨ ਨੂੰ ਪਰਖਣਾ ਹੈ ਕਿ ਕਿਸ ਪਾਸੇ ਹੈ। ਅਸੀਂ ਇੱਕ ਦ੍ਰਿਸ਼ਟ ਹਾਂ ਜਾਂ ਦੋ ਦ੍ਰਿਸ਼ਟੀ ਦੇ ਵਿੱਚ ਹੈ, ਧਿਆਨ ਸੱਜੇ ਹੈ, ਖੱਬੇ ਹੈ,
ਜਾਂ ਵਿਚਾਲੇ ਹੈ। ਕਿਉਂਕਿ ਜੇ ਸ਼ੁਰੂਆਤ ਆਪਣੀ ਜ਼ਿਆਦਾ ਵਧੀਆ ਹੋ ਜਾਵੇ ਫਿਰ ਭਰਮ ਛੇਤੀ ਦੂਰ ਹੋ ਜਾਂਦਾ ਹੈ। ਜੇ ਸਮਝ ਲਈਏ ਇੱਥੋਂ ਫਿਰ ਮੈਂ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ, ਫਿਰ ਆਪਾਂ ਸਾਹਮਣੇ ਦੇਖਣਾ ਹੈ। ਫਿਰ ਮੈਂ ਆਵਾਜ਼ ਦੇਵਾਂਗਾ ਕਿ ਧਿਆਨ ਨੂੰ ਮਸਤਕ ਦੇ ਸਾਹਮਣੇ ਲੈ ਜਾਓ, ਫਿਰ ਆਪਾਂ ਪਲਕਾਂ ਉੱਤੇ ਚੁੱਕਦੇ। ਫਿਰ ਵਾਪਸ ਜਦੋਂ ਕਵਾਂਗਾ ਸਾਹਮਣੇ, ਫਿਰ ਸਾਹਮਣੇ ਦੇਖਣਾ ਹੈ। ਫਿਰ ਜਦੋਂ ਕਵਾਂਗਾ ਸਮ ਕਰਕੇ ਦੇਖੋ, ਫਿਰ ਇੱਥੇ ਦ੍ਰਿਸ਼ਟੀ ਫੋਕਸ ਕਰਕੇ ਦੇਖਣਾ ਹੈ। ਜੇ ਕੋਈ ਨਵਾਂ ਜੀਵ ਹੈ, ਜੇ ਨੱਕ ਦਿਸਦਾ ਹੈ, ਉਸਨੇ ਦੁਬਾਰਾ ਇੱਥੇ ਵਾਪਸ ਆ ਕੇ ਦੇਖਣਾ ਹੈ ਕਿ ਨੱਕ ਦਿਸਣੋਂ ਹਟ ਗਿਆ। ਪਰ ਜਦੋਂ ਇਹ ਧਿਆਨ ਲਾਉਣਾ ਹੈ ਪੂਰੇ ਭਰੋਸੇ ਦੇ ਨਾਲ ਲਾਉਣਾ ਹੈ, ਸ਼ੰਕਾ ਨਹੀਂ ਕਰਨੀ। ਜੇ ਸ਼ੰਕਾ ਆ ਗਈ ਫਿਰ ਅਸੀਂ ਇੱਕ ਦ੍ਰਿਸ਼ਟ ਨਹੀਂ ਹੋ ਸਕਦੇ। ਪੂਰੇ ਭਰੋਸੇ ਦੇ ਨਾਲ, ਪੂਰੇ ਵਿਸ਼ਵਾਸ ਦੇ ਨਾਲ। ਜੇ ਫਿਰ ਵੀ ਨਹੀਂ ਹੁੰਦਾ ਫਿਰ ਕਾਲ ਵੀ ਕਰ ਸਕਦੇ ਹੋ, ਆਪਾਂ ਥੋੜਾ ਹੋਰ ਚੰਗੀ ਤਰ੍ਹਾਂ ਸਮਝ ਸਕਦੇ ਹਾਂ, ਪੁੱਛ ਸਕਦੇ ਹਾਂ। ਸੋ ਆਓ ਹੁਣ ਆਪਾਂ ਦ੍ਰਿਸ਼ਟੀ ਨੂੰ ਇੱਥੇ ਫੋਕਸ ਕਰੀਏ, ਸਮ ਕਰੀਏ ਨੇਤਰਾਂ ਨੂੰ। ਆਪਣੇ ਆਪ ਨੂੰ ਥੋੜਾ ਪਰਖੋ, ਪਹਿਚਾਣੋ, ਜਾਣੋ। सामने लेके आओ ध्यान। मस्तक दे सामने लै जो, पलका उत्ते चुक दो। फिर सामने वापस। फिर सम करके नक ते देखो, दृष्टि फोकस करके अपने आप को देखो। जे कोई नवा जीव से पहला नक दिसदा सी, उसने चेक करना है कि दिसनों हट गया, फिर एक दृष्ट हो गया। जे हले भी दिसदा है, एक दृष्ट नहीं होया, काल ते भी बाद वैस काल वट्सएप ते कर सकता है, उत्थे भी समझ सकता है, वीडियो कॉल करके भी समझ सकता है। नीचे ले जो ध्यान होना, जो थले विषय है चद्दर जो भी है, उस तो थोड़ा उत्ते देखने की कोशिश करनी है। उत्ते सानू प्रकाश अनुभव होना शुरू हो जाएगा। जिमें पानी दी लहरां, इदां प्रकाश दी हलचल जिहड़ी शुरुआती है इदां हुंदी है ज़्यादा जीवां नूं। क्योंकि कुछ जीव जिहड़े पहला ही चंगी अवस्था च हुंदे ने, उन्हां नूं स्थिरता दे विच भी दिसदा है, जां जिहड़े ते आउंदे ने उन्हां नूं स्थिर हो जांदा है।
ਜ਼ਿਆਦਾਤਰ ਪਹਿਲਾਂ ਜੀਵਾਂ ਨੂੰ ਇੱਕ ਹਲਚਲ ਦੇ ਨਿਆਈ ਪ੍ਰਕਾਸ਼ ਨਜ਼ਰ ਆਉਂਦਾ ਹੈ। ਸਾਹਮਣੇ ਲੈ ਕੇ ਆਈਏ ਧਿਆਨ। ਮਸਤਕ ਦੇ ਸਾਹਮਣੇ ਲੈ ਜਾਂਦੇ ਹਨ, ਪਲਕਾਂ ਉੱਤੇ ਚੁੱਕ। फिर सामने लेके आओ।
नीचे लै जो ध्यान। सम करके देखिए अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਗੁਰ ਦੀ ਸੇਵਾ ਕਰਨੀ ਹੈ, ਗੁਰ ਨੂੰ ਆਰਾਧਨਾ ਹੈ ਤੇ ਮਨ ਨਿਰਮਲ ਹੋਏਗਾ ਤੇ ਨਿਰਮਲ ਜੋਤ ਜੋਤ ਸਮਾਏਗੀ ਤੇ ਸਾਨੂੰ ਮੋਕਸ਼ ਪ੍ਰਾਪਤ ਹੋਏਗੀ ਤੇ ਸਾਡਾ ਜਿਹੜਾ ਕਾਰਜ ਹੈ ਪੂਰਾ ਹੋ ਜਾਏਗਾ। ਮਹਾਰਾਜ ਸਮਝਾਉਂਦੇ ਨੇ, ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸੰਪੂਰਨ ਹੋ ਜਾਵਾਂਗੇ, ਜਿਸ ਕਾਰਜ ਲਈ ਆਏ ਹਾਂ ਉਹ ਕਾਰਜ ਸਾਡਾ ਪੂਰਾ ਹੋ ਜਾਏਗਾ, ਜੀਵਨ ਮੁਕਤ ਹੋ ਜਾਵਾਂਗੇ। ਸੋ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।